ਤੇ ਰਸ਼ਮੀਤ ਜੀ। ਇੱਕ ਓंकार सतनाम करता पुरख निरभौ निर्वैर अकाल मूर्त अजूनी सैभं गुर प्रसाद। एक ओंकार सतनाम करता पुरख निरभौ निर्वैर अकाल मूर्त अजूनी सैभं गुर प्रसाद। एक ओंकार सतनाम करता पुरख निरभौ निर्वैर अकाल मूर्त अजूनी सैभं गुर प्रसाद। एक ओंकार सतनाम करता पुरख निरभौ निर्वैर अकाल मूर्त अजूनी सैभं गुर प्रसाद। एक ओंकार सतनाम करता पुरख निरभौ निर्वैर अकाल मूर्त अजूनी सैभं गुर प्रसाद। वाहिगुरु 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 वाहिगुरु। प्रभु पास जन की अरदास तू सच्चा साईं। तू रखवाला सदा सदा हूँ तुद ते आई। जी जंत सब तेरिया तू रहा समाई। जो दास तेरे की निंदा करे तिस मार पचाई। चिंता छड़ अचिंत रहो नानक लग पाई। जो दास तेरे की निंदा करे तिस मार पचाई। चिंता छड़ अचिंत रहो नानक लग पाई। वाहिगुरु 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 वाहिगुरु। वाहिगुरु जी का खालसा वाहिगुरु जी की फतेह। जब किव सचियारा होइए ते किव कूड़ा टुटै पाल। ਇਹ ਮਸਲੇ ਦੀ ਹੱਲ ਕੱਢਦੇ ਕੱਢਦੇ ਤੇ ਇਹਦੇ ਅਕੋਰਡਿੰਗਲੀ ਆਪਣੇ ਜੀਵਨ ਨੂੰ ਪੜਚੋਲਦੇ ਵਿਚਾਰਦੇ ਢਾਲਦੇ ਤੋੜਦੇ ਅਸੀਂ ਅੱਧ ਵਿਚਾਲੇ ਜੇ ਆ ਗਏ। ਤੇ ਜਦੋਂ ਮੈਂ ਦੇਖਿਆ ਵੀ ਸਾਹਿਬ ਮੇਰਾ ਨੀਤ ਨਵਾਂ ਹੈ, ਯਕੀਨ ਜਾਣਿਓ ਮੈਨੂੰ ਲੱਗਦਾ ਸੀ ਵੀ ਇਹ ਤਾਂ ਬਹੁਤ ਸੌਖੀ ਹੈ ਜਿਹੜੀ ਪੌੜੀ ਹੈ ਨਾ, ਪਰ there is nothing simple। ਪਾਤਸ਼ਾਹ ਨੇ ਜਦੋਂ ਉਹਦੇ ਵਿੱਚ ਰਮਜ਼ਾਂ ਪਾਈਆਂ ਨੇ ਨਾ ਤੇ ਆਫਰੀਨ ਆਫਰੀਨ ਜਾਈਦਾ ਤੇ ਕਹੀਦਾ ਵੀ ਤੇਰੇ ਕੁਰਬਾਨ ਬਈ ਹਾਂ ਕੁਰਬਾਨ ਜਾਈ ਤੇਰੇ ਨਾਮ ਹੈ ਜਾਂ ਹਾਂ ਕੁਰਬਾਨ ਹੈ ਜਾਓ ਮਿਹਰਬਾਨਾ ਤੇ ਹਾਂ ਕੁਰਬਾਨ ਹੈ ਜਾਓ। ਮੈਂ ਤੇਰੇ ਤੋਂ ਮਜ਼ੇ ਦੀ ਗੱਲ ਹੈ ਕਿ ਸਾਡੀ ਡਿਫਰੈਂਟ ਮਾਨਸਿਕਤਾ ਦੇ ਬਾਵਜੂਦ ਸਾਰਿਆਂ ਨੂੰ ਤਸੱਲੀ ਦਿੰਦਾ ਹੈ। ਅਸੀਂ ਗੁਰਦੁਆਰੇ ਜਾਂਦੇ ਹਾਂ, ਅਸੀਂ ਨਹੀਂ ਜਾਂਦੇ, ਸਾਡੇ ਚੋਂ ਕਈ ਨੇ ਜਿਹੜੇ ਗੁਰਦੁਆਰੇ ਜਾਂਦੇ ਨੇ ਉੱਥੇ ਜਾ ਕੇ ਬੜੀ ਸੇਵਾ ਤੇ ਬੜਾ ਕੁਛ ਤੇ ਉਹ ਸਾਰਾ ਕੁਛ। ਪਹਿਲੇ ਪਾਠ ਕਰੀਏ ਦਾ ਤੇ ਕਾਰਜ ਸਿੰਘ ਜੀ ਤੁਸੀਂ ਪਾਠ ਕਰੋਗੇ ਤੇ ਫਿਰ ਇਹਦੀ ਗੱਲ ਕਰੀਏ।
ਮੈਂ ਕਹਿਣਾ ਸੀ ਹਰਕੇਵਲ ਜੀ ਨੂੰ ਤੇ ਉਹ ਚਲੇ ਗਏ ਸਨ। ਤੇ ਚਲੋ ਤੁਸੀਂ ਕਰੋ, ਅਨਮਿਊਟ ਕਰੋ ਪਲੀਜ਼। ਮੈਂ ਕਿਹਾ ਸਰਦਾਰ ਕੇਵਲ ਸਿੰਘ ਤੋਂ ਕਰਾਓ। ਹਰਕੇਵਲ ਜੀ ਕਰੋ ਜੀ। ਮੈਂ ਕਹਿਣਾ ਸੀ ਉਹਨਾਂ ਨੂੰ, ਮੇਰਾ ਮਨ ਦੀ ਮੈਂ ਗੱਲ ਕੀਤੀ, ਉਹ ਚਲੇ ਗਏ ਸਨ। ਉਹ ਚਾਹ ਜੂ ਲੈਣ ਗਏ ਉਹਨੇ, ਕੱਪ ਚਾਹ ਦਾ ਲੈ ਆਏ ਨੇ। ਨਹੀਂ ਥੋੜੀ ਜਿਹੀ ਬੇਸਮਣੀ, ਥੋੜੀ ਠੰਡ ਜੀ, ਇਸ ਕਰਕੇ ਮੈਂ ਕਿਹਾ ਚਲੋ ਕੰਬਲੀ ਵਾਲੇ ਬਣ ਜਾਈਏ, ਕੰਬਲੀ ਵਾਲੇ। ਸੋਹਣੇ ਲੱਗ ਕਰੋ ਜੀ ਪਾਠ। ਇਸ ਸ਼ਬਦ ਦਾ ਪਾਠ ਕਰਨਾ ਜੀ। ਜੀ ਸਤਿਵਚਨ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਉਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾ। ਥੈਂਕ ਯੂ ਜੀ। ਇੱਥੇ ਜਿਹੜਾ ਹਾਹਾ ਹੈ ਉਹਨੂੰ ਔਂਕੜ ਹੈ ਤੇ ਇਹ ਕਿਰਿਆਵਾਚੀ ਹੈ ਤੇ ਇਹਦਾ ਉਚਾਰਨ ਹੋਣਾ ਹੈ, ਪਰ ਲੰਬਾ ਕਰਕੇ ਨਹੀਂ ਹੋਣਾ। ਖਾਹੋ ਨਹੀਂ ਕਰਨਾ, ਜਾਹੋ ਨਹੀਂ ਕਰਨਾ। ਇਹਦਾ ਜਿਹੜਾ ਨਿਯਮ ਹੈ ਜਾਂ ਇਹਦਾ ਜਿਹੜਾ ਤਰੀਕਾ ਹੈ ਉਹ ਹੈਗਾ ਕਿ ਕੰਨੇ ਨੂੰ ਲੰਬਾ ਕਰ ਲਓ ਤੇ ਹਾਹੇ ਨੂੰ ਛੋਟਾ ਕਰ ਦਿਓ, ਕਿਉਂਕਿ ਲਘੂ ਮਾਤਰਾ ਹੈ ਤੇ ਇਹਨੂੰ ਲਘੂ ਮਾਤਰਾ ਹੀ ਬੋਲਣੀ ਚਾਹੀਦੀ ਹੈ ਜਿਹੜੀ ਔਂਕੜ ਹੈ। ਤੇ ਇਹਨੂੰ ਅਸੀਂ ਬੋਲਾਂਗੇ ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵੋ ਜਾਹ। ਜਦੋਂ ਜਾ ਨੂੰ ਲੰਬਾ ਕਰ ਦਿਆਂਗੇ ਹਾਹਾ ਆਪੇ ਛੋਟਾ ਹੋ ਜਾਏਗਾ, ਫਿਰ ਔਂਕੜ ਦੀ ਆਵਾਜ਼ ਰਹਿ ਜਾਏਗੀ। ਜੇ ਅਸੀਂ ਕਹਾਂਗੇ ਆਪੇ ਬੀਜ ਆਪੇ ਹੀ ਖਾਹੋ, ਹੋ ਜਿਹੜਾ ਉਹ ਹੋੜੇ ਦੀ ਆਵਾਜ਼ ਦੇਗਾ। ਥੈਂਕ ਯੂ ਜੀ। ਜਪਜੀ ਸਾਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੀ ਬਾਣੀ, ਪਹਿਲੀ ਬਾਣੀ ਦੇ ਵਿੱਚ ਪਹਿਲੀ ਪੌੜੀ ਤੇ ਉਹਦੀ ਪਹਿਲੀ ਲਾਈਨ ਉਹ ਕੀ ਹੈ ਜੀ? ਪਰਮਜੀਤ ਜੀ। आज सच जुगात सच। ਪਹਿਲੀ ਪੌੜੀ ਦੀ ਪਹਿਲੀ ਲਾਈਨ सोचे सोच सोचना होवे। ਹਾਂਜੀ ਝੂਠ ਤੇ ਬੋਲਣਾ। ਹਾਂਜੀ। ਸੋ ਉਸੇ ਮਸਲੇ ਨੂੰ ਹੁਣ ਫਿਰ, ਕਿਉਂਕਿ ਉਸ ਵੇਲੇ ਦੀ ਪ੍ਰੈਵਲੈਂਟ ਸਿਸਟਮ ਸੀਗਾ, ਲੋਕਾਂ ਦਾ ਵਿਸ਼ਵਾਸ ਸੀਗਾ ਤੀਰਥਾਂ ਤੇ ਨਹਾਉਣ ਦਾ, ਟੂ ਟੇਕ ਅ ਡਿਪ ਐਜ਼ ਅ ਪਿਲਗ੍ਰਿਮੇਜ, ਐਜ਼ ਅ ਪਿਲਗ੍ਰਿਮ ਟੂ ਦ ਪਲੇਸਿਸ, 68 ਤੀਰਥਾਂ ਤੇ ਜਾਣਾ ਇਹ ਉਹ। ਤੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਉਸ ਗੱਲ ਨੂੰ ਫੜਿਆ। 4 ਚੀਜ਼ਾਂ ਪ੍ਰੈਵਲੈਂਟ ਸਨ ਜਿਹੜੀਆਂ ਕਿ ਦੂਜੇ ਧਰਮਾਂ 'ਚ ਸਨ, ਤੇ ਗੁਰੂ ਸਾਹਿਬ ਨੇ ਉਹਨੂੰ ਫੜਿਆ। ਗੁਰੂ ਸਾਹਿਬ ਦਾ ਇਹ ਐਸੀ ਬਖਸ਼ਿਸ਼ ਹੈ ਸਾਡੇ ਤੇ। We are so lucky if we consider that way. At least I do consider ਕਿ we are blessed ones ਕਿ ਗੁਰੂ ਸਾਹਿਬ ਨੇ ਸਾਨੂੰ ਨਾ ਜਿੱਦਾਂ ਮਾਂ ਥਾਲੀ 'ਚ ਪਰੋਸ ਕੇ ਸਰਵ ਕਰ ਕਰਕੇ ਸੋਹਣੇ ਪਿਆਰ ਦੇ ਨਾਲ, ਅੰਦਰ ਵੀ ਘਿਓ ਬਾਹਰ ਵੀ ਘਿਓ, ਏਦਾਂ ਪਿਆਰ ਦੇ ਨਾਲ ਬਣਾਉਂਦੀ ਹੈ ਨਾ। ਗੁਰੂ ਸਾਹਿਬ ਨੇ ਐਸੇ ਪਿਆਰ ਨਾਲ ਸਾਨੂੰ, ਪਰ ਸਾਨੂੰ ਸਮਝ ਹੀ ਕੋਈ ਨਹੀਂ। ਅਸੀਂ ਖੁਸ਼ਕ ਦੇ ਖੁਸ਼ਕ ਹੀ ਰਹਿ ਗਏ। ਜਿਹੜੀਆਂ ਚੀਜ਼ਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਮਨਾ ਕੀਤਾ, ਅਸੀਂ ਉਹ ਚੀਜ਼ਾਂ ਕਰਕੇ ਖੁਸ਼ ਹੋ ਰਹੇ ਹਾਂ।
ਹੈ ਨਾ ਸ਼ਾਬਾਸ਼ ਸਾਡੇ ਤੇ। ਕਿੰਨੇ ਸੋਹਣੇ ਬੱਚੇ ਆ ਅਸੀਂ। ਗੁਰੂ ਸਾਹਿਬ ਨੇ ਕਿਹਾ ਸੋਚਿਆ ਸੋਚਣਾ ਹੋਵੇ, ਅਸੀਂ ਕਿਹਾ ਵੀ ਅਸੀਂ ਜਾ ਕੇ ਇਸ਼ਨਾਨ ਜ਼ਰੂਰ ਕਰਨਾ। ਗੁਰੂ ਸਾਹਿਬ ਨੇ ਕਿਹਾ ਤੀਰਥ ਨਹਾਵਾਂ ਜੇ ਇੱਕ ਥਾਂ ਤੇ ਨਹੀਂ, ਬੜੀਆਂ ਥਾਵਾਂ ਤੇ ਆ। ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਬਹੁੜ ਕਮਾਵੇ ਹੋਏ ਨਿਸ਼ੰਕ, ਜਮ ਫੁੱਟ ਬਾਦ ਖੜੇ ਕਾਲੰਕ। ਤੀਰਥ ਨਹਾਵਾਂ ਜੇ ਤਿਸ ਪਾਵਾਂ, ਤੀਰਥ ਤਪ ਦਇਆ ਦਤ ਦਾਨ, ਇਹ ਸਾਰੀਆਂ ਚੀਜ਼ਾਂ ਅਸੀਂ ਕਰਦੇ ਹਾਂ। ਤੀਰਥ ਵੀ ਕਰਦੇ ਹਾਂ, ਤਪ ਵੀ ਕਰਦੇ ਹਾਂ। ਅਗਲੀ ਪੌੜੀ ਆ ਦਇਆ। ਅਸੀਂ ਕਹਿੰਦੇ ਹਾਂ ਨਹੀਂ ਨਹੀਂ, ਮੇਰੇ ਕੋਲੋਂ ਤਾਂ ਦੇਖਿਆ ਹੀ ਨਹੀਂ ਜਾਂਦਾ ਕੋਈ ਹੋਮਲੈਸ ਹੋਵੇ, ਕਿਸੇ ਨੂੰ ਲੋੜ ਹੋਵੇ। ਸਾਨੂੰ ਇਹ ਹੀ ਨਹੀਂ ਪਤਾ ਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ ਕੇ ਬੁਝੀ ਹੈ ਤੇ ਅਕਲੀ ਕੀ ਦਾਨ। ਦਇਆ ਦਤ ਦਾਨ, ਜੇ ਕੋ ਪਾਵੇ ਤਿਲ ਕਾ ਮਾਨ। ਅਸੀਂ ਸਮਝਿਆ ਨਹੀਂ, ਅਸੀਂ ਕਿਉਂ ਨਹੀਂ ਸਮਝਿਆ, ਕਿਉਂ ਨਹੀਂ ਅਸੀਂ ਉਧਰ ਨਹੀਂ ਜਾ ਰਹੇ। ਪਰ ਮੇਰੇ ਰਾਮ, ਇਹ ਨੀਚ ਕਰਮ ਹਰ ਮੇਰੇ, ਮੈਂ ਉਹਦੀ ਗੱਲ ਕਰ ਰਿਹਾ, ਮੈਂ ਆਪਣੀ ਗੱਲ ਕਰ ਰਿਹਾ ਕਿ ਪਾਤਸ਼ਾਹ ਤੂੰ ਹੀ ਘੱਟ ਨਹੀਂ ਕੀਤੀ। ਖਰੇ ਤੇਰਾ ਦਿਮਾਗ ਹੈਗਾ ਸੀ ਕਿ ਨਹੀਂ, ਕਿ ਤੈਨੂੰ ਇਹ ਲੱਗਿਆ ਵੀ ਸਾਡੇ ਵਰਗੇ ਤੇਰਾ ਨਾਂ ਰੋਸ਼ਨ ਕਰਨਗੇ ਤੇ ਅਸੀਂ ਵੀ ਜਈ ਤਈ ਫੇਰਨ ਤੇ ਕਸਰ ਨਹੀਂ ਛੱਡਣੀ। ਪਹਿਲੀ ਗੱਲ ਕਹੀ ਸੋਚਿਆ ਸੋਚ। ਤੇ ਅਸੀਂ ਅੱਜ ਵੀ ਕਹਿੰਦੇ ਆ ਕਿ ਸੰਗਲ ਫੜ ਕੇ ਡਿਪ ਡਿਪ ਕਰੋ। ਸੋਚੀਏ, ਠੰਡ ਬੜੀ ਹੈ ਜੀ। ਅਸੀਂ ਇੱਥੇ ਦੇ ਲੋਕ ਗਰਮ ਪਾਣੀ 'ਚ ਨਹਾਉਣ ਵਾਲੇ, ਉੱਥੇ ਜਾ ਕੇ ਅਸੀਂ ਰਹਿੰਦੇ ਹੋਟਲਾਂ 'ਚ, ਗੁਰਦੁਆਰਿਆਂ ਦੇ ਲਾਗੇ, ਪਰ ਸਰੋਵਰ 'ਚ ਇਸ਼ਨਾਨ ਜ਼ਰੂਰ ਕਰਦੇ ਹਾਂ। ਖਰੇ ਕੋਈ ਮੈਲ ਲੈ ਜੇ ਸਾਡੀ। ਪਾਤਸ਼ਾਹ ਉਸ ਮਨੌਤ ਨੂੰ, ਸਾਡੀ ਉਸ ਮਾਨਸਿਕਤਾ ਨੂੰ ਇਸ ਪੌੜੀ 'ਚ ਗੱਲ ਕਰਦੇ ਆ। ਕਹਿੰਦੇ ਆ ਭਈ ਭਰੀਐ। ਅੱਛਾ, ਗੁਰੂ ਸਾਹਿਬ ਦੀ ਇੱਕ ਖਾਸੀਅਤ ਬੜੀ ਜ਼ਬਰਦਸਤ ਕਿ ਐਗਜ਼ਾਮਪਲਸ ਲੈਂਦੇ ਨੇ ਦੁਨਿਆਵੀ। ਬੜੀਆਂ ਥਾਵਾਂ ਤੇ ਸੋਸ਼ਲ ਐਗਜ਼ਾਮਪਲਸ ਲਈਆਂ। ਅਸੀਂ ਕਿਹਾ ਜੀ ਇਹ ਗੁਰਮਤ ਹੈ। ਜਿੱਥੇ ਉਹਨਾਂ ਨੇ ਗੁਰਮਤ ਦੱਸੀ, ਉੱਥੇ ਅਸੀਂ ਕਿਹਾ ਸਾਨੂੰ ਸਮਝ ਨਹੀਂ ਆਈ। ਨਾ ਕਮਾਲ, ਕਿੰਨੇ ਸਿਆਣੇ ਆ ਸੀ। ਨੋਨੇ ਪੁੱਤਰ, ਰਾਜੇ ਬੱਚੇ। ਪਾਤਸ਼ਾਹ ਕਹਿੰਦੇ ਨੇ ਭਰੀਐ ਦੁਨਿਆਵੀ ਐਗਜ਼ਾਮਪਲ ਹੈ। ਦੁਨੀਆ 'ਚ ਕੀ ਕਰਦੇ ਆ ਅਸੀਂ? ਭਰੀਐ ਹੱਥ ਪੈਰ ਤਨ ਦੇ। ਪਾਤਸ਼ਾਹ ਕਹਿੰਦੇ ਨੇ ਕਿ ਜੇ ਸਾਡਾ ਸਰੀਰ, ਹੱਥ ਪੈਰ ਤੇ ਤਨ ਤੇ ਦੇ ਅੱਡੋ ਅੱਡਰਿਆ ਮੰਨਿਆ, ਕਿਉਂਕਿ ਹੱਥ ਪੈਰ ਇੱਕ ਆ ਗਏ, ਦੇਹ ਪੂਰਾ ਸਰੀਰ ਆ ਗਿਆ, ਤੇ ਜੇ ਕੋਈ ਸ਼ੈ ਰਹਿ ਗਈ ਤੇ ਉਹ ਤਨ ਦੇ ਵਿੱਚ ਆ ਗਈ। ਪਾਣੀ ਧੋਤੈ ਉਤਰਸ ਕੇ। ਜੇ ਮਿੱਟੀ ਘੱਟੇ 'ਚ ਲਿਬੜੇ ਹੋਏ ਆ, ਦੋ ਐਗਜ਼ਾਮਪਲਾਂ ਲਈਆਂ। ਇੱਕ ਸਾਡਾ ਮਿੱਟੀ ਦੇ ਨਾਲ ਲਬੇੜਿਆ ਜਾਣਾ ਤੇ ਉਹਨੂੰ ਪਾਣੀ ਦੇ ਨਾਲ ਧੋਣਾ, ਇੱਕ ਜੁਜ਼ ਹੈ। That's one way. Another way is ਕਿ ਅਸੀਂ ਕੱਪੜੇ ਪਾਉਂਦੇ ਆ, ਸਵੇਰੇ ਪਾਏ, ਦੁਪਹਿਰੇ ਪਸੀਨਾ ਆਇਆ, ਅਸੀਂ ਕਾਲਰ ਦੇਖਦੇ ਆ, ਕਫ ਦੇਖਦੇ ਆ, ਨਹੀਂ ਇਹਨੂੰ ਲਾਂਡਰੀ ਕਰ ਦਿਓ। ਦੋ ਚੀਜ਼ਾਂ ਮੰਨੀ। ਸੋ ਪਾਤਸ਼ਾਹ ਕਹਿੰਦੇ ਨੇ ਕਿ ਜੇ ਕਿਧਰੇ ਹੱਥ ਪੈਰ ਤਨ ਦੇ ਭਰ ਜਾਵੇ ਮਿੱਟੀ ਦੇ ਨਾਲ ਤੇ ਪਾਣੀ ਦੇ ਨਾਲ,
ਉਹ ਧੋਤਾ ਜਾ ਸਕਦਾ ਹੈ। ਫਿਰ ਕਹਿੰਦੇ ਮੂਤ ਪਲੀਤੀ ਕੱਪੜ ਹੋਏ, ਜੇ ਕਿਧਰੇ ਬਿਸ਼ਟਾ ਦੇ ਨਾਲ ਜਾਂ ਬੱਚਿਆਂ ਦੀ ਗੱਲ ਕਰੀਏ, ਉਹਨਾਂ ਨੇ ਵਿੱਚ ਸੁਸੂ ਕਰਤਾ ਹੈ, ਔਰ all those kinds of ਜਿਹੜੀਆਂ ਨੈਚੁਰਲ ਕਿਰਿਆਵਾਂ ਨੇ, ਤੇ ਕਹਿੰਦੇ ਜੇ ਕੱਪੜੇ ਭਰ ਜਾਣ ਤੇ ਦੇ ਸਾਬੂਨ ਲਈਏ ਉਹ ਧੋਏ। ਮੈਂ ਕਹਿਣਾ ਕਿ ਗੁਰੂ ਸਾਹਿਬ ਨੂੰ ਇਹ ਮੈਨੂੰ ਏਦਾਂ ਸਮਝਾਉਣ ਦੀ ਕਿਉਂ ਲੋੜ ਪਈ? ਫਿਰ ਕਹਿੰਦੇ ਨੇ ਭਰੀਏ ਮਤ ਪਾਪਾਂ ਕੈ ਸੰਗ। ਹੁਣ ਪਾਪ ਕੀ ਸੀਗਾ? ਮੈਂ ਜ਼ਰਾ ਅੱਜ ਪੁੱਛਣ ਵਾਲੇ ਪਾਸੇ ਪਤਾ ਨਹੀਂ ਕਿਉਂ ਆ ਗਿਆ। ਅਸੀਂ ਪੜ੍ਹ ਕੇ ਆਏ ਹਾਂ ਕਿ ਪਾਪ ਕੀ ਹੈ। Can someone please? Or should I name people and then ask them? ਹਾਂਜੀ, volunteer please. Any ਹਾਂਜੀ। impurity ਜਿਹੜੀ ਤੁਹਾਡੀ you are carrying in your mind is a pap. Very good. Excellent. ਅਸੀਂ ਸਮਝ ਕੇ ਆਏ ਸੀ ਪਾਪ ਮਨ ਦੇ ਤਲ ਤੇ ਹੁੰਦਾ ਹੈ। ਇੱਕ ਹੋਰ ਜੇ ਕਿਧਰੇ correct me if I'm wrong, kind of sort of, ਕਿ ਪਾਪ is my thought, when I implicate it, I put it to action, ਪਾਪ ਨੂੰ, ਤੇ ਉਹ ਅਪਰਾਧ ਹੋ ਜਾਂਦਾ ਦੁਨਿਆਵੀ, social, isn't it? ਕਿਉਂਕਿ ਪਾਪ ਦੀ ਵੈਸੇ ਤੇ ਦੁਨੀਆ 'ਚ ਕੋਈ ਅਹਿਮੀਅਤ ਨਹੀਂ ਹੈ, ਕਹਿ ਰਹੀ ਹੈ, ਕੰਸੀਡਰੇਬਿਲਿਟੀ ਨਹੀਂ ਹੈ। ਅਸੀਂ ਕਹਿੰਦੇ ਹਾਂ ਇਹ ਸਾਨੂੰ ਸਮਝਣ ਦੇ ਲਈ, ਸਮਝਾਉਣ ਦੇ ਲਈ ਪਾਪ ਅਸੀਂ ਵਰਤਦੇ ਹਾਂ ਬਾਣੀ 'ਚ, ਪਰ ਪਾਪ ਮੇਰੇ ਥਾਟ ਪ੍ਰੋਸੈਸ, ਮਾੜੀਆਂ ਸੋਚਾਂ, ਉਹ ਪਾਪ ਨੇ। ਤੇ ਪਾਤਸ਼ਾਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਤਨ ਨੂੰ ਤੇ ਮਨ ਨੂੰ, ਸਰੀਰ ਨੂੰ, ਸਾਬਣ ਕੱਪੜਿਆਂ ਨੂੰ ਸਾਬਣ ਤੇ ਪਾਣੀ ਦੇ ਨਾਲ ਧੋਤਿਆ ਜਾਂਦਾ ਹੈ, ਪਾਣੀ ਮਨ ਨੂੰ ਨਹੀਂ ਧੋ ਸਕਦਾ। ਪਾਣੀ ਚਿੱਤ ਨਾ ਧੋ ਪਈ, ਪਾਤਸ਼ਾਹ ਕਹਿੰਦੇ ਨੇ ਪਾਣੀ ਜਿਹੜਾ ਨਾ ਮਨ ਨੂੰ ਨਹੀਂ ਧੋ ਸਕਦਾ। ਮੁਖ ਪੀਤਾ ਤਿਖ ਜਾਏ, ਇਹ ਚੁਲੀਆਂ ਵਾਲਾ ਜਿਹੜਾ ਸ਼ਲੋਕ ਹੈ ਨਾ, ਉਹਦੇ ਚ ਆਉਂਦਾ ਹੈ ਪਾਣੀ ਚਿੱਤ ਨਾ ਧੋ ਪਈ, ਮੁਖ ਪੀਤਾ ਤਿਖ ਜਾਏ। ਪਾਣੀ ਪਿਤਾ ਹੈ ਜਗਤ ਕਾ, ਇਸ ਤਰ੍ਹਾਂ ਕਰਕੇ ਹੈਗਾ ਵੀ ਪਾਣੀ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਈ। ਪਾਣੀ ਦੀ ਬੜੀ ਅਹਿਮੀਅਤ ਹੈ ਬਾਣੀ ਦੇ ਵਿੱਚ ਫਿਲੋਸੋਫਿਕਲੀ, ਬਟ ਪਾਣੀ ਮੇਰੇ ਮਨ ਨੂੰ ਨਹੀਂ ਧੋ ਸਕਦਾ। ਤੇ ਫਿਰ ਕੀ ਮੈਂ ਮਾਰਿਆ ਗਿਆ? ਕੀ ਮੈਂ ਰਹਿ ਗਿਆ? ਫਿਰ ਮੇਰਾ ਜਨਮ ਐਵੇਂ ਹੀ ਗਿਆ? ਸੋਚਣ ਦੀ ਗੱਲ ਹੈ ਨਾ। ਜਿਹੜੀ ਗੱਲ ਹਰਕੇਵਲ ਜੀ ਨੇ ਸ਼ੁਰੂ ਕੀਤੀ, ਮਨ ਨਹੀਂ ਆਵੇ ਹਰ ਜਸ, ਤੇ ਫਿਰ ਮੈਂ ਕੀ ਕਰਾਂ? ਜੇ ਮੇਰੇ ਰੱਬ ਵਾਲੇ ਪਾਸੇ ਧਿਆਨ ਨਹੀਂ ਹੈ ਤੇ ਮੇਰਾ ਧਿਆਨ ਕਿੱਧਰ ਹੈ? ਧਿਆਨ ਤੇ ਮੇਰਾ ਹੈ ਕਿਸੇ ਪਾਸੇ। It's either of the two, either ਮਾਇਆ or ਰੱਬ ਜੀ, oneness or I-ness, otherness। ਹੁਣ ਉਹ ਜਦੋਂ ਪਾਤਸ਼ਾਹ ਕਹਿੰਦੇ ਨੇ ਵੀ ਪਰ ਤਨ ਮਾਇਆ ਦੇ ਵਿੱਚ ਕੀ ਹੈ, ਮੈਨੂੰ ਕਿਹੜੀਆਂ ਕਿਹੜੀਆਂ ਮੇਰੀਆਂ ਪ੍ਰੋਬਲਮ ਬੜੀਆਂ ਨੇ। ਪਰ ਤਨ, ਪਰ ਧਨ, ਪਰ ਤੀ ਨਿੰਦਾ, ਪਰ ਅਪਵਾਦ ਨਾ ਚੁੱਕੇ, ਆਵਾਗਮਨ ਹੋਤ ਹੈ ਫੁਨ ਫੁਨ। ਇੱਕ ਹੋਰ ਵੀ ਗੱਲ ਆ ਗਈ ਉਹ ਸਾਡੀ ਜਿਹੜੀ ਚੱਲਦੀ ਪਈ ਹੈ,
ਉਹ ਵੀ ਗੱਲ ਆ ਗਈ ਜੀ। ਆਵਾ ਗਾਉਣ ਹੋਤ ਹੈ ਫੁੰਨ ਫੁੰਨ, ਸਕਿੰਟੋ ਸਕਿੰਟੀ ਮੈਂ ਮਰਦਾ ਜੰਮਦਾ ਵਾਂ, ਇਹ ਪ੍ਰਸੰਗ ਨਾ ਟੁੱਟੇ। ਜੇ ਮੈਂ ਰੱਬ ਵਾਲੇ ਪਾਸੇ ਆ ਤੇ फिर मैं करदा भी तू तू करता तू हुआ, मुझ में रहा ना हूं। जब आपा पर का मिट गया, जत देखा ता तू, फिर मैनू इधर ध्यान नहीं आउंदा। मेरी कैफियत ਇਹੋ ਜਿਹੀ ਕਿ ਮੈਨੂੰ ਇਹ ਯਕੀਨ ਹੀ ਨਹੀਂ ਆਇਆ ਕਿ ਜੇ ਮੈਂ ਗਲਤ ਸੋਚਦਾ ਪਿਆ ਤੇ ਗੁਰੂ ਦੇ ਵਿੱਚ ਕੋਈ ਝੁਰਲੂ ਹੈਗਾ, ਕੋਈ ਮੈਗਨੈਟਿਕ, ਕੋਈ ਸਪਿਰਿਚੁਅਲ ਪਾਵਰ ਹੈਗੀ ਏ ਜਿਹੜੀ ਮੈਨੂੰ ਸੂਤ ਕਰ ਸਕਦੀ ਹੈ, ਜਿਹੜੀ ਮੈਨੂੰ ਰਾਹ ਲਾ ਸਕਦੀ ਹੈ। ਪੜ੍ਹਦਾ ਮੈਂ, ਮਾਫ ਕਰਨਾ, ਪੜ੍ਹਨਾ ਮੈਂ ਪੜ੍ਹਨਾ ਨਹੀਂ ਛੱਡਿਆ, ਪਰ ਪੜ੍ਹਨ ਤੱਕ ਸੀਮਤ ਰੱਖਿਆ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਇਹ ਅਗੇਨ ਇੱਕ ਐਗਜ਼ਾਮਪਲ ਹੈ ਇਮੈਜਿਨਰੀ। ਮਨੂਰ ਅਸੀਂ ਕਦੀ ਨਹੀਂ ਦੇਖਿਆ, ਪਾਰਸ ਅਸੀਂ ਕਦੀ ਨਹੀਂ ਦੇਖਿਆ, ਹੰਸ ਅਸੀਂ ਕਦੀ ਨਹੀਂ ਦੇਖਿਆ। ਇਹ ਸਾਰੀਆਂ ਐਗਜ਼ਾਮਪਲਸ ਬਾਣੀ ਦੇ ਵਿੱਚ ਨੇ। ਇਟ ਡਜ਼ਨਟ ਮੀਨ ਕਿ ਇਹ ਐਗਜ਼ਾਮਪਲਸ ਇਨਵੈਲਿਡ, ਨੋ। ਇਹ ਸਾਨੂੰ ਸਮਝਾਉਣ ਦੇ ਲਈ ਕਿਹਾ ਗਿਆ ਵੀ ਜੇ ਤੇਰੀ ਹੰਸ ਵਾਲੀ ਬਿਰਤੀ ਹੋ ਜਾਏ ਨਾ, ਵਿਵੇਕ ਤੇਰੇ ਕੋਲ ਇੰਨੀ ਜ਼ਬਰਦਸਤ ਆ ਜਾਏ ਕਿ ਤੂੰ ਦੁੱਧ ਤੇ ਪਾਣੀ ਨੂੰ ਅੱਡ ਕਰ ਸਕੇ। ਮਾਇਆ ਜਿੱਥੇ ਟੋਟਲੀ ਓਤ ਪੋਤ ਹੋਈ ਪਈ ਹੈ ਤੇਰੀ ਜ਼ਿੰਦਗੀ 'ਚ, ਤੂੰ ਉਹਨੂੰ ਵੀ ਸੈਪਰੇਟ ਕਰਕੇ ਦੇਖ ਸਕੇ। ਹੰਸ ਬਿਰਤੀ ਤੇ ਜਿਹੜੀ ਮਨੂਰ ਤੇ ਪਾਰਸ, ਮਿਥੋਲੋਜੀਕਲ ਪਾਰਸ ਸਟੋਨ ਹੈ, ਤੇ ਇਹਨੂੰ ਗੁਰੂ ਸਾਹਿਬ ਨੇ ਏਦਾਂ ਸਮਝਾਇਆ ਵੀ ਗੁਰ ਪਾਰਸ ਤੇ ਹਮ ਲੋ ਤੇ ਮਿਲ ਕੰਚਨ ਹੋਆ ਰਾਮ। ਕਹਿੰਦੇ ਅਸੀਂ ਲੋਹੇ ਆ, ਗੁਰੂ ਪਾਰਸ ਹੈ, ਅਸੀਂ ਉਹਨੂੰ ਛੂੰਹਦੇ ਆ ਤੇ ਅਸੀਂ ਸੋਨਾ ਬਣ ਜਾਂਦੇ। ਪਾਰਸ ਦੇ ਵਿੱਚ ਇੱਕ ਪਾਰਸ ਕਲਾ ਹੈ, ਛੋਹਣ ਸ਼ਕਤੀ, ਕਿ ਉਹ ਕਿਸੇ ਵੀ ਲੋਹੇ ਨੂੰ ਸੋਨਾ ਬਣਾ ਸਕਦੀ ਹੈ। ਨਾਟ ਓਨਲੀ ਲੋਹੇ ਨੂੰ, ਮਨੂਰ ਜਿਹੜਾ ਜਿਹੜਾ ਜੰਕਟ ਲੋਹਾ ਹੈ, ਜਿਹਨੂੰ ਜੰਗ ਲੱਗਾ ਹੋਇਆ ਹੈ, ਉਹਨੂੰ ਵੀ ਪਾਰਸ ਜਿਹੜਾ ਲੋਹਾ ਸੋਨਾ ਬਣਾ ਦਿੰਦਾ ਹੈ। ਐਂਡ ਗੁਰਬਾਣੀ's philosophy goes further most, ਇਹ ਤੇ ਹੈਗੀ ਸੀ prevalent ਪਾਰਸ ਦੀ ਕਲਾ। ਗੁਰੂ ਸਾਹਿਬ ਨੇ ਕਿਹਾ ਕਿ ਪਾਰਸ ਭੇਟਿਆ ਹੋਏ ਹੈ ਪਾਰਸ। ਗੁਰੂ ਦੇ ਕੋਲ ਇਹੋ ਜਿਹੀ ਤਾਕਤ ਹੈ ਕਿ ਜੇ ਤੁਸੀਂ ਉਹਨੂੰ ਭੇਟ ਲਓ, ਮੈਂ ਜੇ ਭੇਟਿਆ ਜਾਵਾਂ ਉਹਦੇ ਨਾਲ, ਸਪਰਸ਼ ਕਰੰਟ ਕ੍ਰੀਏਟ ਕਰ ਲਵਾਂ, ਤੇ ਮੈਂ ਪਾਰਸ ਬਣ ਸਕਦਾ। ਮੇਰੇ ਕੋਲ ਗੁਰੂ ਵਾਲੀ, ਕਿਉਂਕਿ ਮੇਰਾ ਗੋਲ ਹੈ ਗੁਰੂ ਦੇ ਨਾਲ ਅਭੇਤ ਹੋਣਾ, ਵਾਹਿਗੁਰੂ ਨਾਲ ਅਭੇਤ। ਜਦੋਂ ਮੈਂ ਅਭੇਤ ਹੋ ਗਿਆ, ਅਮਲਗਾਮੇਟ ਹੋ ਗਿਆ, ਤੇ ਸਾਰੀਆਂ ਉਹਦੀਆਂ ਪਾਵਰ ਜਿਹੜੀਆਂ ਨੇ ਮੇਰੇ ਅੰਦਰ ਵੈਸਟ ਕਰਦੀਆਂ ਨੇ। ਇਹ ਗੱਲ ਜਿਹੜੀ ਹੈ, ਇਹ ਸਿਰਫ ਸਾਡੀ ਫਿਲਾਸਫੀ ਵਿੱਚ ਹੈ। ਗੁਰੂ ਸਾਹਿਬ ਨੇ ਸਰਬ ਕਲਾ ਭਰਪੂਰ ਆਖਿਆ ਆਪਣੇ ਸਾਡੇ ਗੁਰੂ ਨੂੰ, ਸਾਡੇ ਰੱਬ ਨੂੰ। ਦੁਨੀਆ 'ਚ ਜਿਹੜੇ ਰੱਬ ਹੋਏ ਨੇ, ਕੋਈ 9 ਕਲਾ, ਕੋਈ 10 ਕਲਾ, ਕੋਈ 13 ਕਲਾ, ਕੋਈ 16 ਕਲਾ, ਕੋਈ 14 ਕਲਾ, ਤੇ ਸਾਡਾ ਜਿਹੜਾ ਰੱਬ ਹੈ ਉਹ ਸਰਬ ਕਲਾ ਭਰਪੂਰ ਰੱਬ ਹੈ। ਸਰਬ ਕਲਾ ਕਰ ਖੇਲੇ, ਕਲਾ ਬਹੁਤ ਵਾਰੀ ਆਇਆ, ਹਰ ਇੱਕ ਕਲਾ ਜਿਹੜੀ ਹੈ ਨਾ, ਉਹ ਸਾਡੇ ਰੱਬ 'ਚ ਹੈਗੀ। We are to understand. Coming back, ਕਿ ਪਰ ਤਨ ਪਰਤੀ, ਤੇ ਪਾਤਸ਼ਾਹ ਜੀ ਫਿਰ ਮੇਰੀ ਜ਼ਿੰਦਗੀ ਹੋ ਸਕਦੀ? ਕਹਿੰਦੇ ਹਾਂ ਬੱਚੇ, ਹੋ ਸਕਦੀ। ਤੂੰ ਪੁੱਤਰ ਆਪਣੀ ਮੱਤ ਨੂੰ ਅਵੇਅਰਨੈਸ ਦੇ ਵਿੱਚ ਲਿਆ ਤੇ ਉਹਨੂੰ ਧੋ। ਕਿਹਦੇ ਨਾਲ ਧੋਏਗਾ?
ਗੁਰੂ ਦੇ ਨਾਮ ਨਾਲ, ਵਾਹਿਗੁਰੂ ਦੇ ਨਾਮ ਨਾਲ, ਸ਼ਬਦ ਦੇ ਨਾਲ। ਖਿਆਲ ਕਰੀ ਬੱਚੇ, ਤੇਰਾ ਤੂੰ ਕਹਿੰਦਾ ਹੈ ਤੂੰ ਜਿੰਦਾ ਪਿਆ, ਪਰ ਜੇ ਗੁਰਬਾਣੀ ਪੜ੍ਹੇਗਾ ਤੇ ਉਹਦੇ ਚ ਲਿਖਿਆ ਸੋ ਜੀਵਿਆ ਜਿਤ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ। ਤੂੰ ਮੋਇਆ ਬਰਾਬਰ, ਤੂੰ ਜਿਉਂਦਾ ਨਹੀਂ ਪਿਆ, ਯਾਨੀ ਕਿ ਤੂੰ ਅਨਅਵੇਅਰ ਹੈ ਰੱਬ ਵੱਲੋਂ, ਤੇ ਇਸ ਕਰਕੇ ਤੂੰ ਮੋਏ ਹੈ। ਸੇ ਮੂਏ ਮਰ ਜਾਹੀ, ਇਹ ਵੀ ਇੱਕ ਲਾਈਨ ਆਉਂਦੀ ਹੈ ਕਿਧਰੇ, ਸੇ ਮੂਏ ਮਰ ਜਾਹੀ, ਪਹਿਲੀ ਲਾਈਨ ਕੁਛ ਹੋਰ ਹੈ। ਫਿਰ ਇੱਕ ਹੋਰ ਥਾਂ ਤੇ ਪਾਤਸ਼ਾਹ ਕਹਿੰਦੇ ਨੇ, ਕਿੰਨਾ ਜ਼ਰੂਰੀ ਸੀਗਾ ਮੇਰੇ ਲਈ ਗੁਰੂ ਨੂੰ ਚੇਤੇ ਰੱਖਣਾ। ਮੈਂ ਇਹ ਗੱਲ ਇਸ ਨੂੰ ਹਾਈਲਾਈਟ ਕਰ ਰਿਹਾ। ਅਸੀਂ ਸਾਰਿਆਂ ਨੇ ਪਾਠ ਪੜ੍ਹੇ ਨੇ, ਸੁਣੇ ਨੇ, ਕੀਤੇ ਨੇ। ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਏਦਾਂ ਕਰਕੇ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਇਹ ਬਹੁਤ ਅਹਿਮ ਗੱਲ ਹੈ। ਇਹ ਹੈਗੀ ਹੈ ਉਹਦੇ ਚ ਸ਼ਲੋਕ 12 ਤੇ ਵਧੀਕ ਦੇ ਵਿੱਚ। ਮੈਂ ਕੋਟ ਇਸ ਕਰਕੇ ਕਰ ਦਿੰਦਾ ਕਿ ਤੁਸੀਂ ਆਪੇ ਲੱਭ ਵੀ ਲਓ, ਮੈਂ ਕਿਧਰੇ ਗਲਤ ਬੋਲਾਂ ਤੇ ਮੈਨੂੰ ਕਰੈਕਟ ਵੀ ਕਰ ਦਿਓ। ਜਿੰਨਾ, ਔਰ ਜੇ ਮੈਂ ਕਿਧਰੇ ਮਿਸ ਇੰਟਰਪ੍ਰੇਟ ਕਰ ਰਿਹਾ ਤੇ ਯੂ ਕੈਨ ਆਲਵੇਜ਼ ਗੈਟ ਮੀ, I'd be happy to have that moment। ਸਤਿਗੁਰ ਜਿਨ੍ਹਾਂ ਸਤਿਗੁਰ ਪੁਰਖ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਪਾਇਨ। ਉਹਨਾਂ ਮਾਨਸ ਜੂਨ ਨਾ ਆਖੀਅਨ, ਸੌਰੀ, ਜਿਨ੍ਹਾਂ ਨੇ ਗੁਰੂ ਦੀ ਸੇਵਾ, ਸੇਵ ਮਤਲਬ ਸੇਵਾ ਐਂਡ ਯਾਦ ਦੋਵੇਂ, ਸੇਵ ਕੀਤੀ ਸੰਤੋਖੀ। ਸੇਵਾ, ਸਤਿਗੁਰ की सेवा सफल है। सतगुर की सेवा कर पिरा जियो, गुर की सेवा कर पिरा जियो, हर नाम त्याए। सेवा केड़ी करनी है? नाम दू ध्यान। जिन्ना सतगुर पुरख ना सेवियो, शब्द ना कीतो विचार, ओए मानस जून ना आखियन। कौन ने हो? पशु, ढोर, गवार। आर यू रेडी फॉर इट? एम आई रेडी फॉर इट? गुरु मैनू कह रहा है, मरना ते एक पासे रहा, जे तू जिਉਂਦਾ भी पिया ना ते तू पशु है। अच्छा, ढोर दा जिहड़ा महान कोशी, मैं कमाल हो गई है, इन्ना तवील गुरबाणी मालक ने पता नहीं कित्थों, ते धन ने वो सिख काहन सिंह नाभे वर्गे या गुरचरण सिंह, डॉक्टर गुरचरण सिंह वर्गे, जिन्हां ने उन्होंने ਉਹਦੇ ਪਰਾਇਵਾਚੀ, ਉਹਦੇ ਸਿਨੋਨਿਮਸ ਕੱਢ ਕੇ ਸਾਡੇ ਤੇ ਅਸੀਂ ਐਸੇ ਮੱਤ ਮਾਰੇ ਹੋਏ, ਮਾਫ ਕਰਨਾ ਮੈਂ ਪ੍ਰੀਡੋਮੀਨੈਂਟਲੀ ਆਪਣੇ ਆਪ ਨੂੰ ਕਹਿ ਰਿਹਾ, ਤੁਹਾਨੂੰ ਨਹੀਂ, ਅਸੀਂ ਮਤਲਬ ਜਦੋਂ ਆਪਾਂ ਕਹੀਦਾ ਏਦਾਂ, ਤੇ ਭਈ ਅਸੀਂ ਉਹਨੂੰ ਕਦੀ ਵਾਚਿਆ ਹੀ ਨਹੀਂ। ਢੋਰ ਦਾ ਇੱਕ ਅਰਥ ਹੈਗਾ ਜੀ, ਮੈਂ ਹੈਰਾਨ ਹੋ ਗਿਆ, ਮੋਇਆ ਹੋਇਆ ਪਸ਼ੂ। ਕੈਨ ਯੂ ਬਿਲੀਵ ਇਟ? ਪਸ਼ੂ, ਮੈਂ ਸੋਚਾਂ ਵੀ ਪਸ਼ੂ ਹੋ ਗਿਆ ਤੇ ਢੋਰ ਵੀ ਕਈ ਵਾਰੀ ਕਈ ਥਾਵਾਂ ਤੇ ਗੁਰਬਾਣੀ ਦੇ ਵਿੱਚ ਰੀਇਟਰੇਸ਼ਨ ਆ ਜਾਂਦੀ ਹੈ, ਰਿਪੀਟੀਸ਼ਨ ਆ ਜਾਂਦੀ ਹੈ, ਪਰ ਨਹੀਂ, ਇੱਥੇ ਹੈਗਾ ਉਹ ਮਾਨਸ ਜੂਨ ਨਾ ਆਖੀਅਨ, ਪਸ਼ੂ ਢੋਰ ਗਵਾਰ, ਉਹਨਾਂ ਅੰਤਰ ਗਿਆਨ ਨਾ ਧਿਆਨ ਹੈ। ਕਿਹਨਾਂ ਦਾ? ਜਿਨ੍ਹਾਂ ਨੇ ਗੁਰੂ ਨੂੰ ਨਹੀਂ ਸੇਵਿਆ। ਹਰ ਸਿਉ ਪ੍ਰੀਤ ਨਾ ਪਿਆਰ। ਮੈਂ ਕਹਿੰਦਾ ਨਹੀਂ, ਮੇਰੀ ਤੇ ਪ੍ਰੀਤ ਵੀ ਹੈਗੀ, ਮੈਂ ਤੇ ਗਿਆਨ ਵੀ ਬੜਾ ਰੱਖਦਾ, ਮੈਂ ਕਲਾਸਾਂ ਲੈਂਦੇ ਹਾਂ, ਅਸੀਂ ਕਲਾਸਾਂ ਅਟੈਂਡ ਕਰਦੇ ਹਾਂ, ਅਸੀਂ ਤਾਂ ਦੁਨੀਆ ਨੂੰ ਆਰੇ ਲਾ ਦਿੰਦੇ ਹਾਂ, ਅਸੀਂ ਤਾਂ ਬਹਿਜਾ ਕਰਾ ਦਿੰਦੇ ਹਾਂ, ਸਾਨੂੰ ਤਾਂ ਸਮਝ ਹੀ ਬੜੀ ਆ ਗਈ ਹੈ। ਗਿਆਨ ਨਾ ਧਿਆਨ ਹੈ, ਹਰ ਸਿਉ ਪ੍ਰੀਤ ਨਾ ਪਿਆਰ। ਇਹ ਨਾ ਜਿਹੜੇ ਹੈ ਇਹ ਦਿਲੀ ਦੀਵੇ ਨੇ, ਨਾ ਪ੍ਰੀਤ ਹੈ ਨਾ ਪਿਆਰ ਹੈ, ਨਾ ਗਿਆਨ ਹੈ ਨਾ ਧਿਆਨ ਹੈ।
ਮਨਮੁਖ ਮੂਏ ਵਿਕਾਰ ਮੈਂ ਮਰ ਜੰਮੈ ਵਾਰੋ ਵਾਰ। ਇੱਥੇ ਸਾਡਾ ਅਸਲੀ ਮਸਲਾ ਵੀ ਨਾਲ ਦੇ ਨਾਲ ਸੋਲਵ ਹੋਈ ਜਾਂਦਾ। ਦੇਖੋ ਮਾਲਕ ਕਿੰਨਾ ਮਿਹਰਬਾਨ ਹੈ, ਗੱਲ ਕੁਝ ਹੋਰ ਕਰਦਾ ਪਿਆ ਤੇ ਅਸਰ ਕਿਧਰੇ ਹੋਰ ਜਾਂਦਾ ਪਿਆ। ਮਨਮੁਖ ਮੂਏ ਵਿਕਾਰ ਮੈਂ, ਮਨ ਦੇ ਮਗਰ ਲੱਗੇ ਹੋਏ, ਗੁਰੂ ਨੂੰ ਪਿਆਰ ਨਹੀਂ ਕੀਤਾ, ਨਾ ਗਿਆਨ ਹੈ, ਨਾ ਧਿਆਨ ਹੈ, ਨਾ ਸ਼ਬਦ ਵਿਚਾਰ ਹੈ, ਮਰ ਜੰਮੈ ਵਾਰੋ ਵਾਰ। ਇਹ ਵਾਰੋ ਵਾਰ ਕੀ ਹੋਇਆ? ਇਹਦਾ ਜਵਾਬ ਤੁਸੀਂ ਦੇਣਾ, ਇਹ ਮੇਰਾ ਸਬਜੈਕਟ ਨਹੀਂ ਅੱਜ ਦਾ। ਮਰ ਜੰਮੈ ਵਾਰੋ ਵਾਰ। 84 ਲੱਖ। In and out of oneness. Yes. Coming and going, getting and losing. So, ਇਹੋ ਜਿਹੇ ਮੈਂ ਕਦੀ ਸੋਚਿਆ, ਅੱਜ ਲੋੜ ਹੈ ਮੈਨੂੰ ਇਸ ਐਨਾਲਿਸਿਸ ਕਰਨ ਦੀ। ਮਾਫ ਕਰਨਾ, ਮੈਂ ਕਈ ਵਾਰੀ ਮੇਰੇ I get goosebumps ਕਿ ਯਾਰ ਇੰਨੀ ਕਮਾਲ ਮਾਲਕ ਨੇ ਕਿ ਮੈਂ ਇੰਨਾ ਹੀ ਪੜ ਛੱਡਦਾ, ਭਰੀ ਹੱਥ ਪੈਰ ਦਿੰਦੇ ਪਾਣੀ ਮੂੰਗਫਲੀ ਦੀ ਕੱਪੜ ਦੇ ਸਾਬਣ ਨੇ, ਪਰ ਕਿੰਨਾ ਡੀਪ ਡਾਊਨ ਪ੍ਰੈਕਟੀਕਲੀ ਇੰਪਲੀਕੇਬਿਲਿਟੀ ਜਿਹੜੀ ਹੈ ਉਹ ਕਿੱਥੇ ਜਾ ਕੇ ਜਾਂਦੀ ਪਈ ਹੈ ਮੈਨੂੰ ਲੈ ਕੇ। ਉਹ ਮੈਂ ਸ਼ਬਦ ਪੜ੍ਹਦੇ ਹੁੰਦੇ ਸਾਂ ਇੱਕ ਕਿ ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਸੂਝ। ਅਸੀਂ ਐਸੇ ਖੂਹ ਦੇ, ਮਾਫ ਕਰਨਾ ਮੈਂ ਅਸੀਂ ਮੇਰੇ ਮੂੰਹ ਨਿਕਲਦਾ ਹੈ ਮੀਨਸ ਮੈਂ, ਆਈ ਸ਼ੁਡ ਰੈਕਟੀਫਾਈ ਇਟ, ਮੈਂ ਐਸਾ ਖੂਹ ਦਾ ਡੱਡੂ ਹਾਂ ਕਿ ਮੈਨੂੰ ਤੁਹਾਡੇ ਵਰਗੇ ਨੇ ਕਿਸੇ ਨੇ ਆ ਕੇ ਕਿਹਾ ਵੀ ਮੈਂ ਦਰਿਆ ਚੋਂ ਆਇਆ ਤੇ ਆਪ ਤੈਨੂੰ ਵੀ ਸੈਰ ਕਰਾਵਾਂ, ਵਕੇਸ਼ਨ ਤੇ ਚਲੀਏ ਚਲੋ ਕਿਤੇ ਸਾਰੇ ਇਕੱਠੇ ਹੋ ਕੇ, ਹੈ। ਤੇ ਮੈਂ ਕਹਿੰਦਾ ਦਰਿਆ ਬਹੁਤ ਵੱਡਾ ਹੁੰਦਾ। ਕਹਿੰਦਾ ਹਾਂ ਬੜਾ ਵੱਡਾ ਹੁੰਦਾ। ਕਹਿੰਦਾ ਕਿੱਡਾ ਕੁ ਵੱਡਾ? ਇਹ ਦੱਸੀ ਜਰਾ ਮੈਨੂੰ। ਮੈਂ ਖੂਹ ਚੋਂ ਨਾ ਇੱਕ ਸਿਰੇ ਚੋਂ ਦੂਜੇ ਸਿਰੇ ਚ ਛਾਲ ਮਾਰਦਾ, ਇੰਨਾ ਵੱਡਾ? ਉਹ ਕਹਿੰਦਾ ਇਸ ਤੋਂ ਕਿਧਰੇ ਵੱਡਾ। ਮੈਂ ਫੇਰ ਦੂਜੀ ਛਾਲ ਮਾਰ ਦੇਣਾ ਇੱਕ ਕੋਨੇ ਤੋਂ ਦੂਜੇ ਚ। ਮੈਂ ਕਹਿੰਦਾ ਇੰਨਾ ਵੱਡਾ? ਕਿਉਂਕਿ ਮੇਰੀ ਅਕਲ ਹੀ ਨਹੀਂ ਹੈਗੀ ਉਸ ਤੋਂ ਬਾਹਰ ਦੇਖਣ ਦੀ। ਉਹ ਕਹਿੰਦਾ ਪੁੱਤਰ ਐਡਾ ਵੱਡਾ ਏ ਕਿ ਜੇ ਤੂੰ ਕਿਧਰੇ ਛਾਲਾਂ ਮਾਰਦਾ ਰਵੇਂ ਨਾ, ਇੱਕ ਛਾਲ ਵੀ ਜਿਹੜੀ ਤੂੰ ਤੇਰੀ ਜਾਨ ਚਲੀ ਜਾਣੀ ਹੈ ਪਰ ਉਹ ਪੂਰਾ ਨਹੀਂ ਹੋਣਾ। ਇਹੀ ਹਾਲ ਮੇਰਾ। ਮੈਂ ਕਹਿੰਦਾ ਕਿ ਪਾਤਸ਼ਾਹ ਕਦੋਂ ਆਏਗਾ, ਬਖਸ਼ਿਸ਼ ਕਿਵੇਂ ਕਰੇਗਾ, ਮੈਨੂੰ ਗਿਆਨ ਕਦੋਂ ਦਿੰਦਾ ਹੈ, ਮੈਨੂੰ ਗਿਆਨ ਕਿਵੇਂ ਹੁੰਦਾ ਹੈ? ਮੈਨੂੰ ਲੋਕਾਂ ਨੇ ਇਹ ਸਮਝਾਇਆ ਸੀ, ਮੈਂ ਏਦਾਂ ਪੜ੍ਹਿਆ ਸੀ, ਮੈਂ ਏਦਾਂ ਵੱਡਾ ਹੋਇਆ, ਮੈਂ ਉਹਨੂੰ ਛੱਡਦਾ ਹੀ ਨਹੀਂ। ਆਈਨੈਸ ਤੇ ਅਦਰਨੈਸ। ਪਾਤਸ਼ਾਹ ਕਹਿੰਦਾ ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਸੂਝ। I don't look out of the box. ऐसे मेरा मन विख्या विमोहिया, कछ आरा पार ना सूझ। ऐ मेरी कैफियत है। पातशाह कहते ने कि तू पुत्र फिक्र ना, हाले भी कहते ने बाणी मैनू देखो मैनू ढेरी ढाउन ही नहीं देंदी। ਅਸੀਂ ਦੁਨੀਆ 'ਚ ਦੇਖਦੇ ਹਾਂ ਕਿ ਬੱਚਾ ਇੰਨਾ ਡਿਸਹਾਰਟਡ ਹੋ ਗਿਆ ਕਿ ਸੁਸਾਈਡ ਕਰ ਲੇ, ਜਾਂ ਐਸਟਰੇ ਚਲਾ ਗਿਆ, ਰਸਤਾ ਹੀ ਬਦਲ ਗਿਆ। ਮੇਰੇ ਜੀ ਏਦਾਂ ਮਨ ਚ ਆਇਆ ਮੈਂ ਇਹ ਕਰ ਲਿਆ, ਮੈਂ ਵਾਲ ਕਟਾ ਲਏ, ਮੈਂ ਇਹ ਮਤਲਬ ਕਈ ਤਰ੍ਹਾਂ ਦੀਆਂ ਸੀ ਡਿਰੇਲਮੈਂਟਸ ਜਿਹੜੀਆਂ ਨੇ ਉਹ ਸੁਣਦੇ ਆ। ਪਰ ਪਾਤਸ਼ਾਹ ਕਹਿੰਦੇ ਨੇ ਕਿ ਨਹੀਂ, ਸਗਲ ਭਵਨ ਕੇ ਨਾਇਕਾ ਇੱਕ ਚਿੰਦਰ ਸਿਖਾਓ ਜੀ। ਜਦੋਂ ਭਈਏ ਮਤ ਪਾਪਾਂ ਕੈ ਸੰਗ ਹੈ ਤੇ ਆਈ ਐਮ ਗੈਟਿੰਗ ਦੈਟ ਕਿ ਮੇਰੇ ਪਾਪ ਹੈ ਕਿਹੜੇ ਨੇ। ਪਾਤਸ਼ਾਹ ਕਹਿੰਦੇ ਨੇ ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। when I get conditioned, ਜਦੋਂ ਮੇਰੀ ਜਿਹੜੀ ਸੰਗਤ, ਮੇਰੀ ਸੰਗਤ ਸੋਚ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ
ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ। ਦਿਸ ਇਜ਼ ਹੂ ਆਈ ਐਮ। ਤੇ ਪਾਤਸ਼ਾਹ ਕਹਿੰਦੇ ਨੇ ਕਿ ਪਾਪੀ ਭਗਤ ਨਾ ਪਾਵੇ, ਕਿਉਂਕਿ ਮੈਂ ਇੰਨਾ ਐਨਗਲਫਡ ਹੁੰਨਾ, ਐਨਗਰੋਸਡ ਹੁੰਨਾ ਆਪਣੇ ਆਲੇ ਦੁਆਲੇ ਚ, ਆਪਣੇ ਖੂਹ ਦੇ ਵਿੱਚ। ਸੌਰੀ ਕੋ ਮੈਨੂੰ ਹੋਰ ਚੇਤੇ ਆ ਗਈ ਕਿ ਦਾਦਰ ਤੂੰ ਕਬੇ ਨਾ ਜਾਣਸ ਰੇ, ਉਹ ਡੱਡੂਆ ਤੈਨੂੰ ਕਦੀ ਸਮਝ ਨਹੀਂ ਆਉਣੀ। ਭਖਸ ਸਬਾਲ, ਕਹਿੰਦੇ ਜਾਲਾ ਖਾਨਾ ਤੂੰ, ਬਸਸ ਨਿਰਮਲ ਜਲ, ਤੇ ਰਹਿੰਦਾ ਤੂੰ ਸਾਫ਼ ਪਾਣੀ ਚ ਹੈ, ਪਰ ਤੈਨੂੰ ਪਾਣੀ ਦੀ ਕੁਆਲਿਟੀ ਦਾ ਹੀ ਨਹੀਂ ਪਤਾ। ਜਾਂਦਾ ਤੂੰ ਗੁਰਦੁਆਰੇ ਹੈ, ਕਰਦਾ ਤੂੰ ਸੰਗਤ ਹੈ, ਪਰ ਉਹਨਾਂ ਕੋਈ ਕੰਮ ਕਰਕੇ ਆ ਜਾਣਾ ਜੀ ਮੈਂ ਸੇਵਾ ਬੜੀ ਕਰਨੀ ਹੈ, ਮੈਂ ਭਾਂਡੇ ਧੋਣੇ ਹੈ, ਮੈਂ ਜੋੜੇ ਝਾੜ, ਨਾਟ ਬੈਡ, ਪਰ ਉਸ ਤੋਂ ਬਾਹਰ ਦੇਖਦਾ ਹੀ ਨਹੀਂ। ਔਰ ਮਜ਼ੇ ਦੀ ਗੱਲ ਹੈ ਕਿ ਉੱਥੇ ਜਾ ਕੇ ਭਾਂਡੇ ਵੀ ਧੋਣਾ ਵਾ ਮੈਂ, ਤੇ ਜੋੜੇ ਵੀ ਝਾੜਦਾ, ਤੇ ਆਪਣਾ ਲੰਗਰ ਵੀ ਵਰਤਾਉਣਾ, ਤੇ ਘਰ ਆ ਕੇ ਮੈਂ ਜਦੋਂ ਡਾਈਨਿੰਗ ਟੇਬਲ ਤੇ ਬੈਠਣਾ ਕਹਿਣਾ ਯਾਰ ਰੋਟੀ ਲੈ ਆ ਨਾ ਹੁਣ। ਕਦੀ ਪਲੇਟ ਨਹੀਂ ਲਾਈ, ਕਦੀ ਡਾਈਨਿੰਗ ਟੇਬਲ ਸੈੱਟ ਨਹੀਂ ਕੀਤੀ, ਕਦੀ ਪਾਣੀ ਨਹੀਂ ਪੀਤਾ। I mean, exception cases are there. ਪਰ ਉੱਥੇ ਬੜੀ ਸੇ ਮੈਂ ਕਰਦਾ ਕੀ ਪਿਆ, ਮੈਂ ਸਿਰਫ ਸਤੋ ਗੁਣ ਦੇ ਵਿੱਚ ਜੀ ਰਿਹਾ। ਮੈਂ ਸਿਰਫ ਸਰੀਰਕ ਤਲ ਤੇ ਕੰਮ ਕਰ ਰਿਹਾ। ਉਹ ਜਿੰਨਾ ਕੁਛ ਵੀ ਹੈ ਮੇਰੇ ਮਨ ਤੇ ਕੋਈ ਅਸਰ ਨਹੀਂ ਕਰਦਾ। ਪਾਤਸ਼ਾਹ ਕਹਿੰਦੇ ਨੇ ਪਾਪੀ ਭਗਤ ਨਾ ਭਾਵੀ ਹਰ ਪੂਜਾ ਨਾ ਸੁਹਾਏ। ਕਹਿੰਦੇ ਕਿਉਂ? ਲੌਜਿਕ ਹੈਗਾ ਉਹਦੇ ਪਿੱਛੇ, ਕਿਉਂਕਿ ਦੁਨਿਆਵੀ ਐਗਜ਼ਾਮਪਲ ਫੇਰ ਆ ਗਈ। ਮਾਖੀ ਚੰਦਨ ਪਰ ਹਰੈ ਜਹ ਬਿਗੰਧ ਤਾਂ ਜਾਏ। ਇਹ ਪਾਪੀ ਜਿਹੜਾ ਨਾ, ਜਿਹੜਾ ਗਲਤ ਸੋਚਣੀ ਦਾ ਮਾਲਕ ਹੈ, ਉਹ ਕੀ ਕਰਦਾ ਹੈ ਮੇਰੇ ਵਰਗਾ? ਉਹ ਮੱਖੀ ਹੈ। ਜਿਸ ਤਰ੍ਹਾਂ ਮੱਖੀ ਨੂੰ ਜਿਹੜੀ ਸੁਗੰਧ ਹੈ, ਫ੍ਰੈਗਰੈਂਸ ਚੰਗੀ ਨਹੀਂ ਲੱਗਦੀ, ਉਹ ਜਿੱਥੇ ਗੰਧ ਹੁੰਦਾ ਉੱਥੇ ਜਾਂਦੀ ਹੈ। ਇਹ ਮੇਰੀ कैफियत है। पर यह मत पापां कै संग ओ धोपै ना मैं कह रंग। I have to understand। फिर पुन्नी पापी आखण ना। It is not to be talked। ਅਸੀਂ ਕੀ ਕਰਦੇ ਹਾਂ, ਇਹ ਪਾਪ ਹੈ ਤੇ ਇਹ ਪੁੰਨ ਹੈ, ਰਾਈਟ? ਇਹ ਪਾਪੀ ਹੈ, ਇਹ ਪੁੰਨੀ ਹੈ। ਮੈਂ ਪੁੰਨੀ ਆ, ਮੈਂ ਸਵੇਰੇ ਉੱਠਦਾ, ਮੈਂ ਇਸ਼ਨਾਨ ਕਰਦਾ ਐਂਡ ਬਲਾ ਬਲਾ ਬਲਾ। ਇਹ ਪਾਪੀ ਹੈ, ਸੁੱਤਾ ਰਹਿੰਦਾ। ਅਸੀਂ ਆਪਣੇ ਘਰ ਦੇ ਵਿੱਚ ਹੀ ਇਹ ਕੰਮ ਕਰਦੇ ਹਾਂ। ਸਾਡੇ ਨਿਆਣੇ ਉੱਠਦੇ ਨਹੀਂ, ਅਸੀਂ ਆਪਣੇ ਆਪ ਨੂੰ ਸੁਪੀਰੀਅਰਿਟੀ ਕੰਪਲੈਕਸ ਦੇ ਵਿੱਚ ਲਿਆ ਕੇ ਉਹਨਾਂ ਨੂੰ ਰੋਜ਼ ਉਪਦੇਸ਼ ਦਿੰਦੇ ਆ। ਕਹਿੰਦੇ ਇਹ ਆਖਣ ਵਾਲੀ ਗੱਲ ਨਹੀਂ। ਇਟਸ ਨਾਟ ਪਰ ਨੇਮ ਸੇਕ ਕਿ ਇਹ ਪੁੰਨੀ ਹੈ ਤੇ ਇਹ ਪਾਪੀ ਹੈ। ਪਾਤਸ਼ਾਹ ਕਹਿੰਦੇ ਨੇ ਕਰ ਕਰ ਕਰਨਾ ਲਿਖ ਲੈ ਜਾ। ਆਪੇ ਬੀਜ ਆਪੇ ਹੀ ਖਾ। ਅਗੇਨ ਅਮਲ ਕਰ ਧਰਤੀ। ਤੇਰੇ ਅਮਲ ਕੀ ਨੇ, ਤੇਰੇ ਕਰਮ ਕਿਹੜਾ ਹੈ? ਬੀਜ ਸ਼ਬਦੋ ਕਰ। ਹੁਣ ਹੁੰਦਾ ਕੀ ਪਿਆ, ਫਰੀਦਾ ਲੋੜੇ ਦਾਖ ਬਿਜੌਰੀਆਂ ਤੇ ਕਿੱਕਰ ਬੀਜੇ ਜੱਟ। ਫਰੀਦ ਜੀ ਕਹਿੰਦੇ ਨੇ, ਕਹਿੰਦੇ ਵੀ ਦਾਖਾਂ ਲੱਭਦਾ ਬਿਜੌਰ ਸ਼ਹਿਰ ਦਾ ਨਾ, ਉਹ ਪਠਾਣੀ ਇਲਾਕਾ ਹੈ ਜਿੱਥੇ ਅੰਗੂਰ ਬੜੇ ਵਧੀਆ ਨੇ। ਕਹਿੰਦੇ ਉੱਥੇ ਦੇ ਅੰਗੂਰ ਲੱਭਦਾ ਹੈ ਤੇ ਕਿੱਕਰ ਦਾ ਬੀ ਪਾਉਂਦਾ। ਇੰਨੀ ਤੇ ਕਾਮਨ ਸੈਂਸ ਸਾਨੂੰ ਸਾਰਿਆਂ ਨੂੰ ਹੈਗੀ ਏ ਕਿ ਅਸੀਂ ਘਰ ਦੇ ਵਿੱਚ ਜੇ ਪਲਾਂਟਿੰਗ ਟਮਾਟਰ ਲਾਣੇ ਆ ਤੇ ਮਿਰਚਾਂ ਦਾ ਅਸੀਂ ਬੀ ਪਾ ਦਈਏ ਤੇ ਅਸੀਂ ਕਹੀਏ ਵੀ ਟਮਾਟਰ ਉਗ ਜਾਣਗੇ। ਕਿੱਦਾਂ ਉਗ ਜਾਣਗੇ? ਇਟਸ ਨਾਟ ਪੋਸੀਬਲ। ਇਸ ਕਰਕੇ ਮਾਲਕ ਕਹਿੰਦੇ ਨੇ ਆ ਕਰ ਕਰ ਕਰਨਾ ਲਿਖ ਲੈ ਜਾਹ, ਤੇ ਆਪੇ ਬੀਜ ਆਪੇ ਹੀ ਖਾ। ਅਮਲ ਕਰ ਧਰਤੀ ਬੀਜ ਸ਼ਬਦੋ ਕਰ। ਤੇਰੇ ਕੋਲ ਧਰਤੀ ਕਿਹੜੀ ਹੈ? ਕਰਮਾਂ ਦੀ।
ਤੂੰ ਬੀਜ ਕਿਹਦਾ ਪਾਣਾ ਹੈ? ਸ਼ਬਦ ਦਾ। ਸੱਚ ਕੀ ਆਬ ਨਿਤ ਦੇ ਪਾਣੀ। ਸਾਡੇ ਪਲਾਂਟਸ ਅਸੀਂ ਲਾਉਂਦੇ ਆ ਨਾ, ਜਦੋਂ ਕੈਕਟਸ ਲਾਇਆ ਜਾਂ ਕੁਝ ਹੋਰ ਇਦਾਂ ਦੇ ਲਾ ਲਏ, ਤੇ ਇਹਨਾਂ ਨੂੰ ਅਸੀਂ ਹਫ਼ਤੇ ਬਾਅਦ ਦਿੰਦੇ ਆ ਕਿ ਚਲੋ ਪਾਣੀ ਦੀ ਸ਼ਾਰਟੇਜ ਨਾ, ਇਹਨੂੰ ਅਸੀਂ ਕਵਰ ਕਰ ਲਈਏ। ਪੀਰੀਓਡਿਕਲ ਟਾਈਮ ਪਾਣੀ ਦਿੰਦੇ ਆ। ਪਰ ਇੱਥੇ ਸਰੀਰ ਧਰਤੀ ਦੇ ਵਿੱਚ ਜਦੋਂ ਤੂੰ ਸ਼ਬਦ ਦਾ ਬੀ ਪਾਵੇਂਗਾ ਤੇ ਫਿਰ ਸੱਚ ਕੀ ਆਬ, ਪਾਣੀ ਸੱਚ ਦਾ ਹੋਏਗਾ। ਨਿਤ ਦੇ ਪਾਣੀ, ਰੋਜ਼ ਪਾਣੀ ਦੇਣਾ ਪੈਣਾ ਹੀ ਪੁੱਤ। ਤੇ ਹੋਏ ਕਿਰਸਾਨ ਈਮਾਨ ਜਮਾਇਲ, ਭਿਸ਼ਤ ਦੋਜ਼ਖ ਮੂੜੇ ਇਹ ਜਾਣੇ। ਇਹੀ ਤੇਰੀ ਨਰਕ ਤੇ ਸੁਰਗੀ, ਸਮਝ ਲੈ। ਮਤ ਜਾਣ ਸ਼ਹਿ ਗੱਲੀ ਪਾਇਆ, ਐਵੇਂ ਗੱਲਾਂ ਨਾਲ ਨਹੀਂ ਲੱਭ ਜਾਣਾ। ਇਹ ਨਾਲ ਚ ਕਿੰਨਾ ਮਾਈਕਰੋਸਕੋਪਿਕ ਵਿਜ਼ਨ ਹੈ ਮੇਰੇ ਮਾਲਕ ਦਾ। ਮੈਨੂੰ ਕਿੱਦਾਂ ਦੇਖਦੇ ਪਏ ਨੇ ਮੇਰੀਆਂ ਕਰਤੂਤਾਂ ਨੂੰ। ਕਰਤੂਤ ਪਸ਼ੂ ਕੀ ਮਾਨਸ ਜਾਤ, ਕਿੱਦਾਂ ਦੇਖਦਾ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ। ਤੂੰ ਆਪਣੇ ਮਨ ਨੂੰ ਹਾਲੀ ਬਣਾ, ਕਿਰਸਾਣੀ ਦਾ ਕੰਮ ਕਰ, ਮਿਹਨਤ ਦਾ ਪਾਣੀ ਦੇ, ਧਨ ਰੂਪੀ ਖੇਤੀ ਵਿੱਚ ਨਾਮ ਬੀਜ, ਨਾਮ ਦਾ ਬੀਜ। ਸੰਤੋਖ ਸੁਹਾਗਾ, ਸੁਹਾਗਾ ਫੇਰ ਰੱਖ ਗਰੀਬੀ ਵੇਚ। ਭਾਉ ਕਰਮ ਕਰ ਜੰਮਸੀ ਸੇ ਕਰ ਭਾਗੜ ਦੇ। ਜੇ ਕਿਧਰੇ ਤੂੰ ਪਿਆਰ ਕੀਤਾ ਤੇ ਤੇਰੀ ਇਹੋ ਜਿਹੀ ਮਿਹਨਤ ਹੋਈ ਤੇ ਫਿਰ ਉਹ ਘਰ ਜਿਹੜੇ ਨੇ ਨਾ ਬੜੇ ਵੱਡੇ ਮੰਨੇ ਜਾਂਦੇ ਨੇ। ਕਿੱਦਾਂ ਕਿੱਦਾਂ ਮਾਲਕ ਨੇ ਸਮਝਾਇਆ ਕਿ ਮੂਰਖਾ ਤੂੰ ਇਹ ਦੇਖ, ਤੂੰ ਗਲਤੀ ਕੀਤੀ, ਆਫ ਕੋਰਸ, ਨੋ ਪ੍ਰੋਬਲਮ, not to worry about। ਹੁਣ ਅਸੀਂ ਹੱਥ ਫੜ ਕੇ ਬਹਿ ਜੀ, ਓਹੋ ਅਸੀਂ ਤਾਂ ਸਿੱਖਿਆ ਨਹੀਂ ਕੁਛ, ਓਹੋ ਸ਼ਬਦ ਵਿਚਾਰ ਨਹੀਂ ਕੀਤੀ, ਓਹੋ ਪਾਠ ਨਹੀਂ ਕੀਤਾ, ਸਮਝਿਆ ਨਹੀਂ। No, I cannot retrieve। ਇੱਕ ਸ਼ਬਦ ਸੀਗਾ, ਗੌੜੀ ਕੀ ਵਾਰ ਮਹਿਲਾ ਚੌਥਾ। ਇਹਨੂੰ ਚਾਹਾਂਗੇ ਰੈਫਰ ਕਰੀਏ ਪਲੀਜ਼, ਕਿਉਂਕਿ ਇਟਸ ਸਿਗਨੀਫਿਕੈਂਟ। ਪਲੀਜ਼ ਕੱਢਿਓ ਜਰਾ। ਗੌੜੀ ਕੀ ਵਾਰ 307 ਅੰਕ ਤੇ ਹੈਗਾ। ਇਹ ਮੇਰੀਆਂ ਕਰਤੂਤਾਂ ਦੀ ਇੱਕ ਹੋਰ MRI ਸਕੈਨਿੰਗ ਕਰ ਲਿਆ ਜੀ। ਸਤਿਗੁਰ ਸੇਤੀ ਗਣਤ ਜੇ ਰੱਖੇ, ਮਹਿਲਾ ਚੌਥਾ। ਸ਼ਲੋਕ ਮਹਿਲਾ ਚੌਥਾ ਹੋਏਗਾ। ਪਹਿਲੇ ਸ਼ਲੋਕ ਮਹਿਲਾ ਚੌਥਾ, ਅੰਤਰ ਗੁਰੂ ਧਿਆਨ ਦਾ। ਇਸ ਤੋਂ ਅਗਲਾ ਸ਼ਲੋਕ ਹੈ ਮਹਿਲਾ ਚੌਥਾ। ਠੀਕ ਹੈ ਜੀ। ਪਾਤਸ਼ਾਹ ਕਹਿੰਦੇ ਨੇ ਸਤਿਗੁਰ ਸੇਤੀ ਗਣਤ ਜੇ ਰੱਖੈ, ਹਲਤ ਪਲਤ ਸਭ ਤਿਸ ਕਾ ਗਿਆ। ਆਓ ਹਾਂ ਜਰਾ, ਮੈਂ ਆਪਣੇ ਮਨ ਨੂੰ ਕਹਾਂ, ਤੁਸੀਂ ਵੀ ਪੁੱਛ ਕੇ ਦੇਖੋ ਕਿਧਰੇ ਤੁਸੀਂ ਵੀ ਕੋਈ ਇਹੋ ਜਿਹੀ ਗਲਤੀ ਤੇ ਨਹੀਂ ਕੀਤੀ ਹੋਈ। ਮੈਂ ਇੰਨੇ ਪਾਠ ਕਰਨੇ ਨੇ, ਮੈਂ ਮਹੀਨੇ 'ਚ ਇੰਨੇ ਅੰਕ ਕਰਨੇ ਨੇ, ਮੈਂ ਰੋਜ਼ ਇੰਨੇ ਅੰਕ ਕਰਨੇ ਨੇ, ਮੈਂ ਇੰਨੀਆਂ ਜਪਜੀਆਂ ਕਰਨੀਆਂ ਨੇ। ਗਣਤ ਗਿਣਤੀ, ਇੰਨੇ ਘੰਟੇ ਮੈਂ ਮਾਲਾ ਫੇਰਨੀਆਂ ਨੇ, ਬਲਾ ਬਲਾ ਐਟਸੈਟਰਾ ਐਟਸੈਟਰਾ ਐਟਸੈਟਰਾ। ਸਤਿਗੁਰ ਸੇਤੀ ਗਣਤ ਜੇ ਰੱਖਿਆ, ਹਲਤ ਪਲਤ ਸਭ ਤਿਸ ਕਾ ਗਿਆ। ਸਭ, ਨਾ ਉਹ ਇੱਥੇ ਜੋਗਾ ਤੇ ਨਾ ਉਹ ਉੱਥੇ ਜੋਗਾ।
ਤੇ ਨਿਤ ਝਈਆਂ ਪਾਏ ਝੱਗੂ ਸੁੱਟੇ ਝਖਦਾ ਝਖਦਾ ਝੜ ਪਿਆ। ਨਿਤ ਉਪਾਪ ਕਰੇ ਮਾਇਆ ਧਨ ਕਾਰਨ ਅਗਲਾ ਧਨ ਵੀ ਉੱਡ ਗਿਆ। ਇਹ ਹਰਕੇਵਲ ਜੀ ਤੁਸੀਂ ਕਹਿ ਰਹੇ ਸੀ ਨਾ ਕਿ ਮਨ ਨਹੀਂ ਆਵੇ, ਦੇਖ ਲਓ। ਕਿਆ ਉਹ ਖੱਟੇ ਕਿਆ ਉਹ ਖਾਵੇ ਜਿਸ ਅੰਦਰ ਸਹਸਾ ਦੁੱਖ ਪਿਆ। ਕੀ ਕਰੇਗਾ? ਨਿਰਵੈਰੇ ਨਾਲ ਜੇ ਵੈਰ ਰਚਾਏ ਸਭ ਪਾਪ ਜਗਤੇ ਕਾ ਤਿੰਨ ਸਿਰ ਲੈ ਲੈ। ਨਿਰਵੈਰ ਕੌਣ ਹੈ? ਵਾਹਿਗੁਰੂ। ਤੇ ਮੈਂ ਉਹਦੀ ਸੌਂਕਣ ਬਣ ਗਿਆ ਤੇ ਗੁਰਦੁਆਰੇ ਨਹੀਂ ਜਾਣਾ। ਸਾਡੇ ਬੱਚੇ ਹੈਗੇ ਨੇ ਇਹੋ ਜਿਹੇ। ਅਸੀਂ ਦੇਖੋ ਨਾ, ਬੱਚਿਆਂ ਦੇ ਲਈ ਕੁਝ ਕਰੀਏ। ਕੌਣ ਕਰੇਗਾ? ਗੁਆਂਢੀ। ਨਿਰਵੈਰੇ ਨਾਲ ਜੇ ਵੈਰ ਰਚਾਏ ਸਭ ਪਾਪ ਜਗਤੇ ਕਾ ਤਿੰਨ ਸਿਰ ਲਿਆ। ਉਸ ਅੱਗੇ ਪਿੱਛੇ ਢੋਈ ਨਹੀਂ ਜਿਸ ਅੰਦਰ ਨਿੰਦਾ ਮੋਹ ਅੰਬ ਪਿਆ। ਨਿੰਦਾ ਬੈਡ ਮਾਊਥਿੰਗ ਨਹੀਂ ਹੁੰਦੀ। ਨਿੰਦਾ ਟੇਕਿੰਗ showing your back, turning back from someone, ਵੀ ਨਿੰਦਾ ਹੈ। that I don't accept the existence। ਜੇ ਸੋਇਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਨੋਟ ਕਰਨ ਵਾਲੀ ਜੇ ਇੱਥੋਂ ਗੱਲ ਆਈ ਸੀ ਕਿ ਪਾਤਸ਼ਾਹ ਮੈਂ ਫਿਰ ਮਰ ਗਿਆ, ਇਹਦਾ ਮਤਲਬ ਮੇਰਾ ਕੋਈ ਭਲਾ ਨਹੀਂ ਹੋਣਾ, ਹੁਣ ਅਗਲੇ ਜਨਮ ਦੀ ਮੈਂ ਉਡੀਕ ਕਰਾਂ। ਪਾਤਸ਼ਾਹ ਕਹਿੰਦੇ ਨੇ ਜੇ ਗੁਰ ਕੀ ਸ਼ਰਣੀ ਫਿਰ ਉਹ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ। ਇਹ ਖਿਆਲ ਕਰਨਾ ਹੈ। ਜਨ ਨਾਨਕ ਅਨ, ਫਿਰ ਕੀ ਕੀਤਾ ਉਹਨੇ? ਜਨ ਨਾਨਕ ਅਨ ਦਿਨ ਨਾਮ ਧਿਆਇਆ ਹਰ ਸਿਮਰਤ ਕਿਲ ਵੇਖ ਪਾਪ ਗਏ। ਅਗੇਨ ਮੋਡਸ ਆਪਰੈਂਡੀ ਇੱਕੋ ਹੀ ਹੈ। ਮੈਂ ਨਾਮ ਧਿਆਇਆ ਸਰੀਰ ਦੇ ਤਲ ਤੇ ਕਿ ਮਨ ਦੇ ਤਲ ਤੇ? ਮਨ ਦੇ ਤਲ ਤੇ। ਤੇ ਮੇਰਾ ਥਾਟ ਪ੍ਰੋਸੈਸ ਰੱਬ ਜੀ ਨੇ ਬਦਲਤਾ। Isn't it great? Is it questionable? ਪਤਾ ਨਹੀਂ ਅਸੀਂ ਕਿੱਦਾਂ ਸਵਾਲ ਪਾ ਲੈਂਦੇ। ਇਹ ਨਹੀਂ ਸਮਝ ਆਇਆ, ਉਹ ਨਹੀਂ ਆਇਆ। ਸੋ ਪਾਤਸ਼ਾਹ ਕਹਿੰਦੇ ਨੇ ਕਿ ਸਤਿਗੁਰ ਸੇਤੀ ਜੇ ਗੁਰ ਕੀ ਸ਼ਰਣੀ ਫਿਰ ਉਹ ਆਵੇ ਤਾਂ ਪਿਛਲੇ ਔਗਣ ਸਭ ਨੋਟਡ ਬਖਸ਼ ਲੈ। ਪਲੂਰਲ ਹੈ, ਕੁਛ ਨਹੀਂ ਰਹੇਗਾ ਤੇਰਾ, ਹੈ ਨਾ। ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਇਹੀ ਗੱਲ ਸੀ, ਹੈ ਨਾ। ਸੋ ਫਿਰ ਪਾਤਸ਼ਾਹ ਕਹਿੰਦੇ ਨੇ ਫਿਰ ਮੈਂ ਕੀ ਕਰਾਂ? ਪੁਨੀ ਪਾਪੀ ਆਖਰ ਨਾ ਹੈ ਕਰ ਕਰ ਕਰਨਾ ਲਿਖ ਲੈ ਜਾ। ਆਪੇ ਬੀਜ ਆਪੇ ਹੀ ਖਾ। ਨਾਨਕ ਹੁਕਮੀ ਆਵੋ ਜਾ। ਹੁਣ ਇੱਥੇ ਪਾਤਸ਼ਾਹ ਕਹਿੰਦੇ ਨੇ ਕਿ ਦੇਖ ਭਾਈ, ਤੂੰ ਚੰਗਾ ਬੀਜੇਗਾ ਚੰਗਾ ਵੱਢੇਗਾ। ਤੇ ਇੱਕ ਗੱਲ ਸਮਝ ਲੈ ਕਿ ਉਹ ਜਿਹੜੀ ਸ਼ੁਰੂ ਚ ਮਾਲਕ ਨੇ ਕਹੀ ਕਿ ਨਾਨਕ ਹੁਕਮ ਹੈ ਜੇ ਬੁਝੈ ਤਾਂ ਮੈਂ ਕਹੇ ਨਾ ਕੋਈ। ਫਿਰ ਤੇਰਾ ਜਿਹੜਾ ਫਿਰ ਤੈਨੂੰ ਰਿਪੈਂਟੈਂਸ ਨਹੀਂ, ਮੈਂ ਕਿਉਂ ਮਾਇਆ ਚ ਲੱਗ ਗਿਆ, ਹਾਏ ਮੈਨੂੰ ਤੇ ਸੋਚ ਹੀ ਮਾਰੀ ਜਾਂਦੀ ਹੈ। ਮੈਂ ਉਥੋਂ ਆ ਗਿਆ ਇੱਧਰ, ਆਈ ਐਮ ਗੁੱਡ। ਮੇਰੇ ਫੇਰ ਮਨ ਨੇ ਮੈਨੂੰ ਭਰਮਾਇਆ, I get involved, engrossed by Maya। ਮੈਂ ਫਿਰ ਇੱਥੋਂ ਚਲਾ ਗਿਆ, that's okay। I know the modus operandi, I know the taste of the naam, of the ਸ਼ਬਦ ਵਿਚਾਰ, I can come back। ਫਿਰ ਮੈਂ ਇਹਨੂੰ ਆਵਨ ਜਾਨ ਇੱਕ ਖੇਲ ਬਣਾਇਆ ਕਰ ਸਕਦਾ। ਇਹ ਮੇਰੇ ਹੱਥ ਵਿੱਚ ਹੈ। ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ। ਘਟ ਭੀਤਰ ਤੂੰ ਦੇ ਸੋਚ ਵਿਚਾਰ ਦੇਖ ਵਿਚਾਰ, ਕਹੋ ਕਬੀਰ ਜੀਤ ਕਿਹਾ। ਇੱਕ ਹੋਰ ਮਨ ਨਾ ਛੱਡੀ, ਪਾਤਸ਼ਾਹ ਕਹਿੰਦਾ, ਔਰ ਅਸੀਂ ਰੋਜ਼ ਪੜ੍ਹਦੇ ਹਾਂ। ਕਹਿੰਦੇ ਸੋਚਿਆ ਹੀ ਕਦੀ
ਕਾਮ ਕ੍ਰੋਧ ਨਗਰ ਬਹੁ ਭਰਿਆ। I have to look back inside, introspection. ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੈ। ਇਹ ਗੱਲ ਨੋਟ ਕਰਨ ਵਾਲੀ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ। When was it last ਮੈਂ ਗੁਰੂ ਦੇ ਕੋਲ ਅੰਜਲੀ ਝੋਲੀ ਹੱਥ ਟੱਡ ਕੇ ਮੰਗਿਆ ਹੋਵੇ? ਸੰਗਤ ਨੂੰ ਦਿਖਾਉਣ ਦੇ ਲਈ ਨਹੀਂ, ਇਸ ਤਰ੍ਹਾਂ ਹੱਥ ਜੋੜੇ ਤੇ ਡੰਡਾਉਤ ਕੀਤਾ ਤੇ when I really meant it। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡਾਉਤ ਪੁੰਨ ਵੱਡਾ ਹੈ। ਲੋੜ ਹੈ ਮੈਂ ਬਾਪੂ ਜੀ ਕੋਲ ਜਾਵਾਂ ਤੇ ਉਹਨੂੰ ਆਖਾਂ ਕਿ ਮੈਂ ਮੇਲ ਲਿਓ ਦਿਆਲ ਢਹਿ ਪਏ ਦੁਆਰਿਆ, ਮੈਂ ਢਹਿ ਪਏ ਦੁਆਰਿਆ ਹੋ ਜਾ। ਰੱਖ ਲੈਵੋ ਦੀਨ ਦਿਆਲ ਭਰਮਤ ਬਹੁ ਹਾਰਿਆ। ਮੈਂ ਭਰਮ ਭਰਮ ਕੇ ਥੱਕ ਗਿਆ ਮੇਰਾ ਮਾਲਕਾ। ਭਗਤ ਵਛਲ I know it, ਤੇਰਾ ਨਾਂ ਸੁਣਿਆ ਮੈਂ। ਭਗਤ ਵਛਲ ਤੇਰਾ ਬਿਰਦ ਹਰ ਪਤਿਤ ਉਦਾਰਿਆ। ਤੁਝ ਬਿਨ ਨਾਹੀ ਕੋ ਬਿਨੋ ਮੋਹਿ ਸਾਜਾ। ਕਰ ਗਹਿ ਲਿਓ ਦਿਆਲ ਸਾਗਰ ਸੰਸਾਰਿਆ। Is he capable or not? I can only say when I know that he is capable. ਮੈਨੂੰ ਇਹ ਯਕੀਨ ਹੀ ਨਹੀਂ ਆਇਆ ਕਿ ਉਹ ਮੇਰਾ ਹਲਤ ਪਲਤ ਸਵਾਰ ਸਕਦਾ। ਮੈਨੂੰ ਇਹ ਯਕੀਨ ਹੀ ਨਹੀਂ ਆਇਆ ਕਿ ਜੇ ਗੁਰ ਕੀ ਸ਼ਰਣੀ ਫਿਰ ਉਹ ਆਵੇ ਤੇ ਪਿਛਲੇ ਔਗਣ ਸਭ ਬਖਸ਼ ਲੈ। ਲੋੜ ਸੀਗੀ ਮੈਨੂੰ ਅਨਕੰਡੀਸ਼ਨਲ ਲਵ ਐਂਡ ਅਨਕੰਡੀਸ਼ਨਲ ਫੇਥ ਦੀ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਕਿ ਦੇਖ ਦੁਨੀਆ ਦੇ ਵਿੱਚ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਮੈਂ ਕਹਿ ਰੰਗ। ਧੁੱਪ ਸਕਦੀ ਏ। ਪਹਿਲੀ ਗੱਲ ਤੇ ਇਹ ਹੈ nothing is impossible provided your willfulness is there। ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾ। ਆਪੇ ਬੀਜ ਆਪੇ ਹੀ ਖਾ। ਬਸ ਇਹ ਖਿਆਲ ਰੱਖਣਾ ਹੈ ਕਿ ਮੈਂ ਬੀਜਾਂ ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹ ਨਿਆ। ਇਹ ਨਹੀਂ ਕਰਨਾ। ਜੋ ਮੈਂ ਬੀਜਿਆ ਦੱਦਾ ਦੋਸ਼ ਨਾ ਕਾਹੂ ਸੰਗ ਕਰੋ। ਆਪਨ ਆਪ ਵਿਚਾਰ। ਦੱਦਾ ਦੋਸ਼ ਨਾ ਕਾਹੂ ਸੰਗ। ਦੋਸ਼ ਨਾ ਦੇਹੋ ਕਿਸੇ। ਦੋਸ਼ ਕਰਮਾ ਆਪਣੇ। Why should I blame? ਮੈਂ ਕਿਉਂ ਦੁਨੀਆ ਦੇ ਵਿੱਚ ਬਲੇਮ ਗੇਮ ਕਰਦਾ? ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜਿਆ ਵਰਜਨਾ। ਪਾਤਸ਼ਾਹ ਇਸ ਤੋਂ ਵੱਧ ਕੀ ਕਹਿਣ ਕਿ ਤੂੰ ਕਰਮਾਂ ਦੀ ਗੱਲ ਕਰ। ਔਰ ਕਰਮਾਂ ਦੀ ਜਦੋਂ ਅਸੀਂ ਗੱਲ ਸੋਚਦੇ ਹਾਂ ਕਿਉਂਕਿ ਪੌੜੀ ਖਤਮ ਹੋ ਗਈ ਹੈ ਤੇ ਸਿਰਫ ਇੱਕ ਗੱਲ ਹੈਗੀ ਏ। ਚਲੋ ਆਪਾਂ ਫੇਰ ਕਦੀ ਕਰ ਲਾਂਗੇ ਕਿਉਂਕਿ ਸਾਡੇ ਕੋਲ ਟਾਈਮ ਹਾਲੇ ਹੋਰ ਕਿਸੇ ਵੀਰ ਭੈਣ ਨੇ ਵੀ ਕਹਿਣਾ ਹੋਵੇ ਤੇ ਵੀ ਵਿਲ ਕੀਪ ਦੈਟ। ਇਸ ਗੱਲ ਨੂੰ ਕਿਧਰੇ ਨੋਟ ਕਰ ਛੱਡਣਾ ਪਈ ਨਿੱਜੀ ਤੇ ਕਲੈਕਟਿਵ ਕਰਮ ਵੀ ਹੁੰਦਾ ਹੈ। So we can it's a little bit but we can talk about that sometimes. So that ends up ਪਤਾ ਨਹੀਂ ਮੈਂ ਹੀ ਖਰੇ। ਅੱਛਾ ਜੇ ਹੁਣ ਮਨ ਤੋਂ ਜੋਤ ਸਰੂਪ ਆ ਜੇ ਮਨ ਖੋਰਿਆ ਮਨ ਤੇ ਰੱਬ ਹੀ ਆ ਖੋਰਿਆ ਰੱਬ ਨਹੀਂ ਹੈ ਹੀ ਰੱਬ ਆ ਤੇ ਜੋ ਮਨੁੱਖ ਤੋਂ ਮਨ ਕਰਾ ਰਿਹਾ ਵਾ
ਅਸਲ 'ਚ ਉਹ ਹੀ ਹੁਕਮ ਆ, ਉਹ ਹੀ ਧੁਰਿਆ, ਉੱਥੇ ਹੀ ਲਿਖਿਆ ਹੋਇਆ ਵਾ ਤੇ ਲਿਖਿਆ ਜਾ ਰਿਹਾ ਵਾ। ਸਭ ਕੁਝ ਇਹ ਅੰਦਰ ਹੀ ਆ ਮਨੁੱਖ ਦੇ। ਅੱਛਾ ਵੀਰ ਜੀ, ਥੋੜੀ ਮੈਂ ਗੱਲ ਹੋਰ ਐਡ ਕਰਨਾ ਇੱਕ ਸਕਿੰਟ, ਇੱਕ ਮਿੰਟ ਜੀ, ਇਹਨੂੰ ਮੈਂ ਇੱਕ ਗੱਲ ਆਈ ਹੈ, ਲੈਟ ਮੀ ਗੈਟ ਦੈਟ। ਇਹ ਕੀ ਹੋਇਆ? ਇੱਕ ਮਿੰਟ ਜੀ, ਸੌਰੀ। ਐਸੇ ਕੰਟੈਕਸਟ ਵਿੱਚ ਹੈਲੋ ਗੱਲ ਆਈ ਹੈ ਤੇ ਵੀ ਗੋਣਾ ਟਾਕ ਅਬਾਊਟ ਇਟ। ਹੈਲੋ, ਅੱਜ ਦੀ ਹੀ ਗੱਲ ਸੀ। ਦੋਵੇਂ 824-25 ਕੋਈ ਵੀ ਅੰਕ ਹੋ ਸਕਦਾ, ਆਈ ਕੁਡ ਬੀ ਰੋਂਗ। ਦੋਵੇਂ ਥਾਂਵ ਰੱਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਹਰ ਹਰ ਨਾਮ ਜਪਤ ਸੁਖ ਸਹਿਜੇ, ਮੱਜਨ ਹੋਵਤ ਸਾਧੂ ਧੂਰੇ। ਇਹ ਪੜਿਓ ਜਰਾ, ਇਹਨੂੰ ਗੌਰ ਕਰਿਓ। ਹਰ ਹਰ ਨਾਮ ਜਪਤ ਸੁਖ ਸਹਿਜੇ, ਮੱਜਨ ਹੋਵਤ ਸਾਧੂ ਧੂਰੇ। ਆਵਨ ਜਾਨ ਰਹੇ ਥਿਤ ਪਾਈ, ਜਨਮ ਮਰਨ ਕੇ ਬਿਟੇ ਵਿਸੂਰੇ। ਉਹ ਹੈ ਨਾ, ਤਪਤ ਕੜਾ ਬੁਝ ਗਿਆ, ਗੁਰ ਸੀਤਮ ਨਾਮ ਦਿਓ, ਆਵਨ ਜਾਨ ਰਹਿਓ, ਇਹ ਵੀ ਹੈਗਾ। ਸੋ ਇਹ ਕੱਲ ਮੈਨੂੰ ਧਿਆਨ ਆ ਗਿਆ ਸੀ ਕਿ ਇਹਦਾ ਮੇਰਾ ਫੋਲਡਰ ਖੁੱਲਾ ਹੋਇਆ ਅੱਜ ਸਵੇਰ ਤੋਂ। ਤੇ I mean, these are the things that we have to understand. Why do I get confused? That's the question. ਅੱਛਾ, ਮਜ਼ੇ ਦੀ ਗੱਲ ਹੈ ਕਿ ਸਾਡੇ ਕਈ ਮੈਂਬਰਸ ਨੇ ਜਿਹੜੇ ਹੋਰ ਗਰੁੱਪਸ ਵਿੱਚ ਹੀ ਜਾਂਦੇ ਨੇ। ਹੁਣੇ ਸਾਨੂੰ ਕਈਆਂ ਨੂੰ ਸਾਨੂੰ ਜਿਹੜੇ ਜਾਂਦੇ ਉਹਨਾਂ ਨੂੰ ਪਤਾ ਹੈ, ਮੈਂ ਵੀ ਜਾਣਾ। ਹਰ ਇੱਕ ਗਰੁੱਪ ਦੇ ਵਿੱਚ ਅਲੱਗ-ਅਲੱਗ ਕਨਸੈਪਟ ਲੈ ਕੇ ਚੱਲਦੇ। ਪਰ ਅਸੀਂ ਕੀ ਕਰਨਾ ਹੈ? ਅਸੀਂ ਚਾਹਨਾ ਹੈ ਗੁਣਾ ਕਾ ਹੋਵੇ ਵਾਸਲਾ, ਕੱਢ ਵਾਸ ਲਈ ਜਾਏ। ਦੈਟਸ ਇਟ। ਹਾਂਜੀ, ਕਿ ਅਸੀਂ ਗੁਣਾ ਦੇ ਨਾਲ ਡੀਲ ਕਰਨਾ ਹੈ। ਜਿਹੜੇ ਉਹਨਾਂ ਦੇ ਔਗਣ ਨੇ, ਜਿਹੜੇ ਉਹਨਾਂ ਦੀ ਗੱਲ ਮਿਸਕਨਸੈਪਚੁਅਲ ਹੈ, ਅਸੀਂ ਉਹਨੂੰ ਕਿਉਂ ਗੱਲ ਕਰੀਏ? ਸਾਨੂੰ ਪਤਾ ਹੈ, ਦੈਟਸ ਇਟ। ਇੱਕ ਕਾਨਵਾਈ ਜਾ ਰਹੀ ਹੈ, ਇੱਕ ਬੰਦਾ ਕਹਿੰਦਾ ਕਿ ਨਹੀਂ ਇੱਧਰ ਨਹੀਂ, ਇੱਧਰ ਮੁੜਨਾ ਹੈ। ਮੈਨੂੰ ਪਤਾ ਕਿ ਮੈਂ ਠੀਕ ਜਾ ਰਿਹਾ, ਤੇ ਸ਼ੁਡ ਆਈ ਫੋਲੋ ਹਿਮ? No, but uncle, but I agree with Chacha, because sometimes you have to explain our kids, right? Like, because they need everything. तुसी कह रहे हो, and till my generation, I think ਅਸੀਂ ਵਿਸ਼ਵਾਸ ਕਰਦੇ ਹਾਂ, we like believe, you know, we old fashioned. But these kids want all practical things, so they're seeing that what's written, and then we are saying that, you know, ਬੱਚਾ, no, this is not what it is. हम लोग ਦਾ अलग अलग जन्म नहीं ਹੁੰਦਾ, ਇਹ ਜਨਮ ਹੈ, ਇਹ ਸਭ ਕੁਝ ਕਰ, ਇਹ ਜਨਮ ਵਿੱਚ ਸਭ ਕੁਝ ਕਰਨਾ ਹੈ। ਪਰ ਫਿਰ ਲਿਖਿਆ ਕਿਉਂ ਇਹਨਾਂ ਨੇ ਇਸ ਤਰ੍ਹਾਂ? ਲਿਖਿਆ ਅਗੇਨ, ਤੇ ਬੇਟਾ ਉਹ ਸਵਾਲ ਪਾਇਆ ਤੁਸੀਂ ਕਿ ਜਿਹੜਾ ਅਸੀਂ ਗੱਲ ਕਰ ਆਏ ਆ ਇਹਦੀ। No, I understand, uncle. ਬੇਟਾ ਲੁੱਕ, ਜਿੰਨੀ ਕਿਸੇ ਦੀ ਸਮਝ ਹੈ ਉਹਨੇ ਉਹ ਗੱਲ ਕੀਤੀ ਹੋਈ ਹੈ। ਪਰ ਜੇ ਹੁਣ ਇੱਕੋ ਕਲਾਸ ਦੇ ਵਿੱਚ ਕਈ ਸਟੂਡੈਂਟਸ ਪੜ੍ਹਦੇ ਪਏ ਨੇ, ਉਸੇ ਚ 4.2 3 4 ਵੀ ਆ ਜਾਂਦੇ ਨੇ, ਤੇ ਉਸੇ ਪੁਆਇੰਟ ਦੇ ਵਿੱਚ ਉਸੇ ਕਲਾਸ ਦੇ ਵਿੱਚ ਬਿਲੋ 70 ਵੀ ਰਹਿ ਜਾਂਦੇ ਨੇ। ਪੜ੍ਹਾਉਂਦਾ ਤਾਂ ਇੱਕੋ ਹੀ ਬੰਦਾ ਪਿਆ। How do you explain kids then? कि ए explanation लिखा और ऐसी ए कह रहे हैं, तो how मैं keep ए मैं पूछ रही हूँ। Okay, then I have to educate myself first. That's the thing. That's the key. Okay. I have to. I did it. मैं कोई brag नहीं कर रहा। So we have Sonal, we have to tell them it's a wrong translation. Okay. Again, right and wrong is very low. ਕਿਸੇ ਦਾ ਜਿਹੜਾ ਕਲਪ ਹੈ, ਜਿਹਦਾ ਕਨਸੈਪਟ ਹੈ, ਜਾਂ ਜੇ ਇਮੇਜਿਨੇਸ਼ਨ ਹੈ ਜਾਂ ਫੈਥਮਿੰਗ ਹੈ, ਉਹ ਜਿੰਨੀ ਕੁ ਉਹਦੀ ਹੈਗੀ ਉਹ ਉਨੀ ਗੱਲ ਕਰੇਗਾ। How are you going to tell them? I think there are a couple of. Original ਜਿਹੜੀ ਬਾਣੀ ਹੈ, sorry, ਇੱਕ ਮਿੰਟ, original ਬਾਣੀ ਜਿਹੜੀ ਹੈ ਉਹ ਕੀ ਕਹਿੰਦੀ ਹੈ, and that's it. But uncle, ਹਾਂਜੀ we're ਕਮਲ ਜੀ। you as a teacher, but our kids won't be fortunate. Maybe they won't find people like you. So then, ਬੱਚਾ ਜੀ, sorry, I am sorry to say, please, I always say it's your will. You call me a teacher or a guide, but I always correct everyone
No one is right or wrong. I share my experiences. I share my knowledge. It's not a must for you to follow it. You like it? Please be my guest. You don't like it? Please Uncle, be we on like your own. that's why we're here. But I'm saying for our new generation, for our kids, like, I mean, I don't know how to explain it because it's like they're seeing. They're No, I reading. got it, beta. I gave the answer. I gave the answer that we have a late start. The problem is I have a late start. How do I teach my kids now? ਉਹ ਕਹਿੰਦਾ ਕਿ ਤੂੰ ਤੇ ਭਾਈਆ ਕੱਲ ਤੱਕ ਸ਼ਰਾਬ ਪੀਂਦਾ ਸੀ ਤੂੰ ਤੇ ਰੀਬੌਰਨ ਸਿੱਖ ਹੈ you know then I have to accept that first of all ਜਦੋਂ ਤੱਕ ਮੇਰੇ ਚੋਂ acceptance ਨਹੀਂ ਹੈ we have talked about it in the class acceptance respectability devotion and then faith comes these are the stages I have to accept first my faults my pros and cons I have to accept it ਸਾਡੀ ਸਾਰਿਆਂ ਦੀ ਪ੍ਰੋਬਲਮ ਇਹ ਹੈ ਕਿ we do not want to accept my faults in front of the kids. No, it's not that. What she's asking. ਹਰਕੇਵਲ ਜੀ ਹਾਂਜੀ ਪਰਮਜੀਤ What Sonal is asking is ਕਿ ਜੇ ਸਾਡੇ ਬੱਚੇ translations ਦੇਖਦੇ ਹੈ ਲਿਖਿਆ ਇਸ ਤਰ੍ਹਾਂ ਹੋਇਆ ਉਹਨਾਂ ਨੂੰ ਸਾਨੂੰ ਸਮਝਾਣਾ ਬੜਾ ਮੁਸ਼ਕਿਲ ਹੈ ਕਿ ਇਹ translations are wrong. They just Google and this is what they find. ਮੈਂ ਗੱਲ ਇਹ ਕੀਤੀ ਸੀ ਕਿ ਅਮਰਜੀਤ ਜੀ ਨੇ ਉਹਨੂੰ ਕਰਕਸ ਦੇਤਾ ਕਿ you have to tell them it's wrong. ਮੈਂ ਨਹੀਂ ਉਹ ਕਦੀ ਕਵਾਂਗਾ right or wrong. ਮੈਂ ਇਹ ਕਹਾਂਗਾ ਕਿ ਜਦੋਂ ਮੈਂ ਕਹਿਣਾ ਕਿ ਬੇਟਾ ਮੇਰੇ ਹਿਸਾਬ ਨਾਲ ਹੈ ਮੈਂ ਬੱਚਿਆਂ ਨੂੰ ਵੀ ਇਹੀ ਕਹਾਂਗਾ ਕਿਉਂਕਿ ਬੱਚਾ ਮੇਰੀ ਪ੍ਰਾਪਰਟੀ ਥੋੜੀ ਹੈ he or she is an individual soul ਜਦੋਂ ਮੈਂ ਉਹਦੇ ਤੇ enjoy upon ਕਰਦਾ ਤੇ ਮੈਂ ਉਹਦੇ ਤੇ ਕਰਬ ਕਰ ਦਿੰਦਾ ਉਹਨੂੰ ਮੈਂ ਉਹਨੂੰ ਉੱਡਣ ਦੀ ਜਿਹੜੀ ਹੈ ਤੌਫੀਕ ਨਹੀਂ ਦਿਆਂਗਾ ਮੈਂ ਉਹਨੂੰ ਕਹਾਂਗਾ ਬੇਟਾ ਤੁਸੀਂ ਪੜੋ ਅੱਜ ਇਹਨੂੰ ਇਸ ਤਰ੍ਹਾਂ ਮੰਨ ਲਓ ਇਹ ਵੀ ਮੰਨ ਲਓ ਜੋ ਤੁਹਾਡਾ ਦਿਲ ਕਰਦਾ ਕਰ if I am there I mean worst case scenario ਦੀ ਗੱਲ ਕਰ ਰਿਹਾ ਪ੍ਰਾਈਮਾ ਫੇਸਾਈ ਜੇ ਮੈਂ ਸ਼ੁਰੂਆਤ ਤੋਂ ਉਹਨਾਂ ਨੂੰ ਨਾਲ ਆਪਣੇ ਰੱਖਿਆ ਆਪਣੇ ਥਾਟ ਪ੍ਰੋਸੈਸ ਦੇ ਬੱਚਾ ਕਿਧਰੇ ਜਾਏਗਾ ਹੀ ਨਹੀਂ he'll have a congruency with your thought process we had Harkeval, we had Bhupenderjeet and Kari Singh is still waiting. Let me just give my 2 cents worth. A couple of points that I think we need to understand. From my understanding of Gurbani, that's so far I've gone on this journey. Number one is Gurbani was written some 500 years ago, 400 years ago, and it was written in the way the people at that time were thinking. And Guruji, if he had said something else in his intention, it wouldn't have been understood by the masses at that time. That's my take on it. So he wrote it in such a way that people are so used to that way the language was written and understood. He had to write it to such a way that it was acceptable and understandable by those people, number one. Number two is that I think Sonal, I got it right? Yeah. Okay. I always mention this metaphor in our Gurbani class. It's like peeling an onion, one skin after another skin. Yeah. What we are seeing, in my understanding, is a literal translation. Come and go. So come and go must be life and death, which means must be reincarnation. But if you peel the onion and look at it, not only from the literal translation, but also from the implicative translation, then we begin to understand come and go must be a state of mind. Because today, if I do the right thing, I receive the right vibrations. Today, I do the bad things, or at this moment, if I'm thinking bad, I get the bad vibrations. And I'm going into flipping between come and go because of my mind. So it's the implicative meaning that is more important for us. The easier way out is, like at the start of today's
session or class, Bhai Sahib did say it's a very simple and short body. But we have spent more than an hour trying to understand the depth of going in. We're going deeper and deeper and deeper into it. I remember Bhai Sahib having this conversation with Prabjit in the early days. Prabjit was another participant here. He's now migrated to Canada. And I told him, look at the depth we are going into compared to what we are reading superficially from the Gutka or from the Bani. And then we depend on this for the translation. And this is not crude for me to say this is not God, but it is somebody's interpretation. And at the moment we think by Sahib Singh, Professor Sahib Singh, translation is probably one of the better ones for us to look at. The best one. Prabjit says to me, the depth that we are going in this class is nothing. It's still very shallow. You can go in deeper and deeper and deeper into the same Bani, the same Pauri, the same Shabad, and get, as we mature and as we have a better grasp of what Gurbani is all about, we get a completely different picture. It's just like when we go to the sea, we look at the sea. I'm sorry, I'm dragging this a bit. We go to the sea and we see, wow, such a beautiful sea. Now, ask the people who do scuba diving. It's a different world altogether underwater. My children do scuba diving. I don't. And they tell me, wow, Pitaji, it's a different world altogether. It's so colorful. And I ask, why does God make it so colorful underwater when you and I can't see it? But there are other people who delve into the depth to enjoy the beauty that God has created, not for the everyone, but for the people who take the effort to go into the depth. I'm sorry if I... Sorry, let me, क्योंकि गल फिर अगे चली जावांगे. मत विच रतन जवाहर माणक जे एक गुर की सिख सुनी. So Sonal beta, the thing is that we get stuck. Why do we, sorry, मैं rephrase कर रहा. Why do we consider के kids ऐसे सवाल ते अड़नगे? When my kids, if I'm you, I'm sorry, I've told you my facts of life, but if I'm you, putting myself in your shoes, if my kid asks, no, this is this, I would say, okay, you believe it. We can always have difference of opinion, but believing in one concept doesn't deprive us to talk about the other pages, the other concepts of Gurbani when it comes. Just asi, were you there in the yesterday's class? ਉਹਦੇ ਚ ਜਿਤਨੇ ਨਰਕ ਸੋ ਮਨਮੁਖ ਭੋਗੈ ਉਹ ਵੀ ਸੀਗਾ. ਅੱਜ ਆਇਆ ਸੀ ਮਨਮੁਖ ਮੂਏ ਵਿਕਾਰ ਮੈਂ ਮਰ ਜੰਮੈ ਵਾਰੋ ਵਾਰ. ਮਨਮੁਖ ਵਿਕਾਰਾਂ ਚ ਮਰੀ ਜਾਂਦਾ. ਇੱਕ ਵਿਕਾਰ ਕਰਦਾ, ਦੂਜਾ ਕਰਦਾ, ਦੂਜਾ ਕਰਦਾ, ਤੀਜਾ ਕਰਦਾ. ਹੁਣ you tell me ਕਿ ਰੱਬ ਜੀ ਨੇ ਲਿਖਿਆ ਸੀਗਾ ਕਿ ਮੈਂ ਫਲਾਣੇ, ਜੇ ਮੈਂ ਸ਼ਰਾਬੀ ਹਾਂ, ਜੇ ਮੈਂ ਜੁਆਰੀਆ ਵਾਂ, ਕਿ ਕਮਲਜੀਤ ਸਿੰਘ ਬੱਚੇ ਤੂੰ ਫਲਾਣੇ ਦਿਨ ਬਾਰ ਤੇ ਜਾਣਾ ਹੈ, ਫਲਾਣਾ ਬ੍ਰਾਂਡ ਪੀਣੀ ਹੈ ਤੇ ਇੰਨੇ ਸ਼ਾਰਟਸ ਲੈਣੇ ਆ. ਲਿਖਿਆ ਹੋਇਆ ਸੀ ਕਿ ਉਹ ਮੈਂ ਲਿਖਿਆ? There we go. Sorry, it got lengthy, and sorry I didn't get a chance. Harkeval ji, please. जी हो गया जी. भुविंदर सिंह जी ने बहुत ही ज़्यादा जी मैं गल करनी सी बहुत ही ज़्यादा और बहुत वधिया तरीके नाल कह दिता है. और कि जदों भी असी साडे माइंड नहीं प्रोग्राम होए होए आ, जदों भी असी वर्ड आवो जाओ सुनते हैगे आ, सानू इदां लगदा भी there's a million other antennas. जी गुरु साहब सानू समझा सकते हैं कि स्टेट ऑफ माइंड दे विच निकलना करना कुछ उधर किते जाना. ਇਹ ਹਮੇਸ਼ਾ ਸਾਡੇ ਦਿਮਾਗ ਦੇ ਵਿੱਚ ਇਹੀ ਹੁੰਦੀ ਵੀ ਅਸੀਂ ਮਰਨ ਜੰਮਣ ਦੀ ਗੱਲ ਕੀਤੀ ਹੈ. ਇਹਦੇ 'ਚ ਤਾਂ ਕਿਤੇ ਲਿਖਿਆ ਨਹੀਂ ਵੀ ਮਰਨ ਜੰਮਣ ਦੀ ਗੱਲ ਕੀਤੀ ਹੈ. ਤੋ ਭੁਵਿੰਦਰ ਸਿੰਘ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾ ਦਿੱਤਾ. ਥੈਂਕ ਯੂ. ਮੇਰੀ ਜਾਨ ਬਚ ਗਈ. ਪਤਾ ਨਹੀਂ ਬੱਚੀ ਕਿ ਨਹੀਂ ਹਾਲੇ, ਪਰ
ਹਾਲੇ ਅਮਰਜੀਤ ਦਾ ਅਨਮਿਊਟ ਹੈਗਾ, so there must be something that they want to delve in. If you can, please go ahead, and then Kar Singh ji. No, no, we are fine. What Bhupendraji said, very nicely he said. So, excellent explanation about the ocean. Okay. Paramjit ji, Amarjit said on your behalf too, we are fine. Are you fine? I'm No, fine. she says no. Eh? We cannot say on my behalf, but I'm fine. Okay. I'm Anji, Kar Singh ji, sorry. We are getting ਮਾਫ ਕਰਨਾ ਯਾਰ, ਕਈ ਵਾਰੀ ਬਹੁਤ ਸਾਰਾ ਕਹਿਣ ਨੂੰ ਹੁੰਦਾ ਹੈ ਨਾ। ਕੱਲ ਇਹ ਵੀ ਜਿਹੜਾ ਮੈਂ ਸਮਝਦਾ ਕਿ ਗੁਰਬਾਣੀ ਜਿਹੜੀ ਆ ਉਹ ਈਡੀਅਮ, ਫਰੇਜ਼ਸ ਤੇ ਮੁਹਾਵਰਿਆਂ ਵਿੱਚ ਲਿਖੀ ਹੋਈ ਹੈ। ਅੱਛਾ, ਹੁਣ ਜਿੱਥੋਂ ਅਸੀਂ ਆਏ ਆ ਪੰਜਾਬ ਤੋਂ, ਉੱਥੇ ਜਿਹੜੀ ਟ੍ਰੈਡੀਸ਼ਨਲ ਲੈਂਗੁਏਜ ਆ ਪੰਜਾਬੀ ਬੋਲੀ, ਜਿਹਨੂੰ ਮਾਝੇ ਦੀ ਬੋਲੀ ਕਹਿੰਦੀ ਆ, ਉੱਥੇ ਕਈ ਗੱਲਾਂ ਲੋਕੀ ਮੁਹਾਵਰੇ 'ਚ ਕਰਦੇ ਨੇ, ਮੁਹਾਵਰੇ ਬਣਾਏ ਹੋਏ ਨੇ, ਇਡੀਓਮੈਟਿਕ। ਵੀਰ ਜੀ ਆਵਾਜ਼ ਉੱਚੀ ਕਰੋ, ਥੋੜੀ ਆਵਾਜ਼ ਉੱਚੀ ਕਰੋ। ਹਾਂਜੀ, ਤੇ ਉਹ ਕਈ ਵੀਰ ਜੀ ਕਹਿੰਦੇ ਨੇ ਵੀ ਰੀਡ ਦ ਲਾਈਨ, ਰੀਡ ਬਿਹਾਈਂਡ ਦ ਲਾਈਨ। ਲਿਟਰਲੀ ਜਿਸ ਤਰ੍ਹਾਂ ਸ਼ਬਦ ਨੂੰ ਥੋੜਾ ਹੋਰ ਵੋਲਿਊਮ ਉੱਚਾ ਕਰੋ ਵੀਰ ਜੀ। ਵੋਲਿਊਮ ਮੇਰੀ ਤਾਂ ਬਹੁਤ ਉੱਚੀ ਆ। ਹੁਣ ਠੀਕ ਹੈ? ਸੁਣਾਈ ਨਹੀਂ ਦੇ ਰਿਹਾ। ਫਿਰ ਮੈਨੂੰ ਤੇ ਉਹ ਕੈਂਸਲ ਕਰਨਾ ਪੈਣਾ। ਕੋਲ ਆ ਜਾਓ ਜ਼ਰਾ ਨੇੜੇ। ਅੱਛਾ, ਹੁਣ ਜੇ ਗੁਰੂ ਸਾਹਿਬ ਕਹਿੰਦੇ ਵੀ ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ। ਹੁਣ ਗੁਰੂ ਬਚਨ 'ਚ ਕਿਹੜੀ ਮੇਰੇ ਕੋਲ ਭਰਿਆ ਗਿਆ, ਕਿਹੜੀ ਚੀਜ਼ ਆ ਜਿਹੜੀ ਗੁਰੂ ਦੇ ਬਚਨ ਨੇ ਮੇਰੇ ਜਨਮ ਮਰਨ ਜਿਹੜੇ ਨੇ ਕੱਟ ਦਿੱਤੇ ਨੇ। ਗੁਰੂ ਦੇ ਬਚਨ ਚੋਂ ਸਿਰਫ ਤੇ ਸਿਰਫ ਗਿਆਨ ਪੈਦਾ ਹੁੰਦਾ, ਗਿਆਨ, ਨਾਲੇਜ, ਪਤਾ ਲੱਗਦਾ ਰਿਐਲਿਟੀ ਦਾ, ਜਿਹੜੀ ਐਬਸੋਲੂਟ ਸੁਪਰੀਮ ਵਿਜ਼ਡਮ ਆ ਉਹਦਾ ਪਤਾ ਲੱਗਦਾ। ਅੱਛਾ, ਇਹ ਜਿਹੜੇ ਜਨਮ ਮਰਨ ਸੀ ਨਾ, there was rumors, doubts, misconception and superstitions, ਤੇ ਗੁਰੂ ਦਾ ਜਿਹੜਾ ਸ਼ਬਦ ਹੈ ਨਾ ਉਹ ਮਨੁੱਖ ਨੂੰ ਇਹਨਾਂ ਚੋਂ ਬਾਹਰ ਕੱਢ ਲੈਂਦਾ। ਤੇ ਜਨਮ ਮਰਨ ਜਿਹੜਾ ਫੀਅਰ ਫੈਕਟਰ ਕ੍ਰੀਏਟ ਕੀਤਾ ਹੈ ਨਾ ਓਲਡ ਪ੍ਰੀਸਟ ਕਲਾਸ ਨੇ, ਗੁਰੂ ਨਾਨਕ ਤੋਂ ਪਹਿਲਾਂ ਜਿਹੜੀ ਪ੍ਰੀਸਟ ਕਲਾਸ ਸੀ, ਉਹਨਾਂ ਨੇ ਇਹੋ ਜਿਹੇ ਫੀਅਰ ਕ੍ਰੀਏਟ ਕੀਤੇ ਸੀ ਕਿ ਲੋਕੀ ਜਿਹੜੇ ਨੇ ਉਹ ਚੰਗੇ ਕੰਮ ਕਰਦੇ ਰਹਿਣ। ਹੁਣ ਫਾਰ ਐਗਜ਼ਾਮਪਲ ਲਓ ਕਿ ਹੁਣ ਜਿਹੜੀਆਂ ਅਥਾਰਟੀਜ਼ ਨੇ, ਪੁਲਿਸ ਅਥਾਰਟੀਜ਼ ਨੇ, ਕਿੰਨੀਆਂ ਸਟਰੋਂਗ ਨੇ। ਜੇ ਕੋਈ ਬੰਦਾ ਕੁਕਰਮ ਕਰਦਾ ਤੇ ਉਹਨੂੰ ਝੱਟ ਗ੍ਰੈਬ ਕਰਕੇ ਤੇ ਪਨਿਸ਼ ਕਰਦੇ ਤੇ ਜੇਲ੍ਹ ਸੁੱਟ ਦਿੰਦੇ। There was a time then these authorities were not that strong. There were a lot of gunda answers and robbers and killers and all kinds of people that were, wandering in that part of the land. So Brahmana, the priest, he came up with the idea how he can scare them. And he scared them and said, look, you do the bad thing, you're going to go to hell. You're going to go into the cycle of 84 lakh juna. That was created a fear factor which really didn't exist. And he made the fool of fools. Right now we have Gurbani. Gurbani, the gyan to sanu pata lagda कि these things do not exist. Baji? That's it. ਕੱਲ ਗੱਲ ਕੀਤੀ ਸੀ ਤੇ I didn't think we should be doing it again, but I think we should get some of the ਕਿਉਂਕਿ ਕੱਲ ਬਗੈਰ ਆਪਣਾ rhyme or reason ਦੇ ਮੈਂ I was overwhelmed ਤੇ ਮੈਂ ਗੱਲ ਕਰ ਲਈ ਸੀ। won't harm, ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਹੁਣ ਸਵਾਲ ਇਹ ਹੈ ਕਿ ਰੱਬ ਦਾ ਜਿਹੜੀ ਨਿਯਮਾਵਲੀ ਹੈ, ਜਿਹੜਾ ਉਹਦਾ ਰੂਲਸ ਨੇ, ਉਹ ਤੇ ਸਾਰਿਆਂ ਲਈ ਇੱਕੋ ਜਿਹੇ ਨੇ ਨਾ।
देयर कैंट बी एनी एक्सेप्शंस कि भी ये मेरा भगत है ते इनू मैं बख्श दियांगा, नहीं। पर रब दी नियमावली जिहड़ी गुरबाणी चों मैनू मिलदी है, सानू मिलदी है, वो है कि जे कोई गुरु दे वल मुख कीता होया वर्सेस जिन्ने मन दे वल मुख कीता होया। सो जिन्ने मन दे वल मुख कीता होया ਉਹ ਇਹ ਸਾਰੀ ਜਿਹੜੀਆਂ ਜੂਨਾਂ ਨੇ, ਪਸ਼ੂ ਢੋਰ, ਜਿੱਦਾਂ ਅੱਜ ਆਇਆ ਸੀਗਾ ਕਿ ਸੇ ਮਨਮੁਖ ਜੂਨ ਨਾ ਆਖੀਨ, ਓਏ ਮਨਮੁਖ ਓਏ ਮਾਨਸ ਜੂਨ ਨਾ ਆਖੀਨ, ਪਸ਼ੂ ਢੋਰ ਗਵਾਰ, ਉਹ ਨੇ। We don't have to agree with, but we need to understand the ਗੁਰਬਾਣੀ ਕਿ ਇੱਕ ਥਾਂ ਤੇ ਬਾਣੀ ਕੁਝ ਕਵੇ ਦੂਜੀ ਥਾਂ ਤੇ confuse ਕਰੇ, ਨਹੀਂ। And I am not, I have told several times कि now is the time that we have to give up reading the translation, get the meanings and comprehend yourself. ਹੁਣ ਗੁਰਮੁਖ ਲੇਪ ਨਾ ਮਾਸਾ ਹੈ, ਕਿਉਂ ਇਸ ਤਰ੍ਹਾਂ ਕਿਹਾ ਕਿ ਗੁਰਮੁਖ ਲੇਪ ਨਾ ਮਾਸਾ ਹੈ? ਫਿਰ ਜੋਤ ਮਿਲੀ ਸੰਗ ਜੋਤ ਰਿਆ ਘਾਲਦਾ, ਸੂਖ ਸਹਿਜ ਆਨੰਦ ਉਠੇ ਤਿਤ ਘਰ, ਆਵਣ ਜਾਣ ਰਹੇ ਜਨਮ ਨਾ ਤਹਾਂ ਮਰ। ਇਹ ਕਦੋਂ ਹੁੰਦਾ? ਬੰਦਾ ਜੰਮਦਾ ਮਰਦਾ ਨਹੀਂ ਤੇ ਆਉਣਾ ਜਾਣਾ ਉਹਦਾ ਖਤਮ ਹੋ ਜਾਂਦਾ। When does that happen? ਹਾਂਜੀ, oneness ਵਿੱਚ ਜਦੋਂ ਆ ਗਿਆ, oneness ਦੇ ਵਿੱਚ ਆ ਗਿਆ। And we talked about it, Sonal, the other day. You were not there. I did send a link. We have talked in details about it, and I don't know Chachi's present state of mind, but prior to that, she had many questions. Chachi, would you please let us know in this regard? Please, because Sonal wasn't there. What? So what's your current take on the subject? No, I was thinking like Sonal too for a long time, but I've learned to do the whole pankti nicely. Read jo agge matlab udi pehli to karo de pachhe jehda main connect jat kar rahi hu, instead of just looking at that avan jaan, menu connection samajh aandi hai ki thought process da kis tarah hunda hai. No, and So you just don't look at that, khali avan jaan. When you start looking at that, then your thought process goes. But if you read पूरी उतुक जो लिखी गई है, जो अगे पीछे की किस चीज दी गल हो रही है, किस की रेफरेंस हो रही है, then you understand कि thoughts दी गल हो रही है, it's talking about that, then you can reference it nicely. But if you just take the word there, oh avan jaan, and then you start thinking of that. Hence today how Uncle explained that the more you dive in the ocean, you see more beautiful things. So it made a lot of sense. Easy to explain kids, like a And base. beta ਜਿਹੜੀਆਂ ਅੱਜ ਗੱਲ ਹੁਣ ਜਿਸ ਤਰ੍ਹਾਂ ਅੱਜ ਗੱਲ, I needless to repeat, but there is no harm. ਆਵਾ ਗਵਨ ਹੋਤ ਹੈ ਫੁਨ ਫੁਨ। ਫੁਨ ਫੁਨ means momentarily. Yeah, by moment. ਮੇਰਾ ਆਵਾ ਗਵਨ moment by moment ਹੁੰਦਾ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਫਿਰ? Yeah, good point. ਪਰ ਤੁਸੀਂ ਉਸ ਲਈ ਗੌਰ ਨਹੀਂ ਕੀਤਾ। ਮੈਂ ਤੇ ਬੋਲ ਗਿਆ ਕਿ ਮੈਂ ਅੱਜ ਦੀ ਜਿਹੜੀ ਮੈਂ ਦੁਬਾਰਾ ਦੇਖ ਰਿਹਾ ਆਪਣੇ ਨੋਟਸ ਕਿ ਪਰ ਤਨ ਪਰਤੀ ਨਿੰਦਾ ਹੈ, ਇਹ ਪਰ ਅਪਵਾਦ ਨਾ ਚੁੱਕੈ, ਆਵਾ ਗਵਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਛੂਟੈ। ਮੇਰਾ ਫੁਨ ਫੁਨ ਦੇ ਵਿੱਚ ਆਵਾਗਮਨ ਕਿੱਦਾਂ ਹੁੰਦਾ? These are the questions that comes to my mind.
you know. But I think ਉੱਥੇ clear ਹੈਗੇ ਕਿ ਇਹ ਕਿਨ ਚ ਜੋ ਹੋ ਰਿਹਾ ਇਹ thought process ਹੈ. That's very clear over ਬਿਲਕੁਲ there. yes That's clear. ਜੇ ਇੱਕ ਥਾਂ ਤੇ ਕਲੀਅਰ ਹੈ, ਹੁਣ ਮੈਂ ਫਿਰ ਮੈਨੂੰ ਸ਼ੱਕ ਪੈ ਜਾਏਗਾ ਨਾ ਕਿ ਮੈਂ ਪਹਿਲੇ ਇਹ ਸੋਚਦਾ, ਮੈਂ I have been through been there done that, ਕਿ ਮੈਂ ਵੀ ਸੋਚਦਾ ਸੀਗਾ ਕਿ 84 ਲੱਖ ਹੈ, ਪਰ ਹੁਣ ਮੈਂ ਕਹਿੰਦਾ ਯਾਰ ਇੱਥੇ ਜੇ ਆਵਾਗਮਨ ਦਾ ਮਹਿਣਾ ਥਾਟ ਪ੍ਰੋਸੈਸ ਹੈ ਤੇ ਮਤੇ ਕਿਧਰੇ, ਮੇਟ ਬੀ, ਕੁਡ ਇਟ ਬੀ, ਇਟ ਮਾਈਟ ਬੀ ਸੇਮ ਪ੍ਰੋਸੈਸ ਉੱਥੇ ਵੀ ਇੰਪਲੀਕੇਬਲ ਹੋਵੇ ਤੇ ਮੈਂ ਸਮਝਿਆ ਨਾ ਹੋਵੇ। ਹੁਣ ਮੈਂ ਸ਼ੱਕ ਦੇ ਨਾਲ ਦੇਖਾਂਗਾ ਦੋਵੇਂ ਸਿਨੈਰੀਓਜ਼ ਨੂੰ। I agree. Right? And having belief out of the parenthesis with complete faith and complete surrender ke Guru ji mainu theek mat denge, then I don't have to follow any Kamaljeet Singh or any ABCZ. ठीक है जी, थोड़े जने बोलते ही नहीं है, अरे क्यों नहीं बोलते, तमाशाई ਕਰਦੇ ਰਵਾਂਗੇ, ਆਪਾਂ ਖਿਲਰੇ ਰਵਾਂਗੇ। ਜੇ ਆਪਾਂ ਇਹਨਾਂ 4 ਲਾਈਨਾਂ ਨੂੰ ਹੀ ਐਕਸਪਲੇਨ ਕਰਕੇ ਉਹਨਾਂ ਨੂੰ ਦੱਸਾਂਗੇ ਵੀ ਇਹਦੇ ਚ ਆਉਣ ਜਾਣ ਦੀ ਕਿਹੜੀ ਗੱਲ ਹੈਗੀ ਆ, ਉਹ ਈਜ਼ੀਲੀ ਉਹਨਾਂ ਨੂੰ ਅੰਡਰਸਟੈਂਡ ਹੋ ਜਾਏਗਾ ਵੀ ਇਹਦੇ ਚ ਜਿਹੜੀ ਆਵੋ ਜਾਓ ਦੀ ਕੀ ਗੱਲ ਕਰ ਰਹੇ ਹਾਂ। ਹਾਂਜੀ ਹਰਕੇਵਲ ਜੀ, ਸਾਡਾ ਮਨ ਜਿਹੜਾ ਨਾ, ਜਿੱਦਾਂ ਆਪਾਂ ਗੱਲ ਕੀਤੀ ਹੈ ਅੱਜ, ਤੁਸੀਂ ਵੀ ਕੀਤੀ, ਪੰਦਰਜੀਤ ਨੇ ਵੀ ਕੀਤੀ, ਮੈਂ ਕਈ ਵਾਰੀ ਕਰ ਚੁੱਕਾ, ਜੋ ਸਾਡੇ ਅੰਦਰ ਇੰਬਾਈਬਡ ਹੈ ਨਾ ਸਾਡੀ এনवायरमेंट ਤੋਂ ਬਚਪਨ ਦੀ, ਅਸੀਂ ਅੱਜ ਸੁਣਦੇ ਹਾਂ ਤੇ ਸਾਡੇ ਐਂਟੈਨਾਸ ਖੜੇ ਹੋ ਜਾਂਦੇ ਨੇ। ਦੇਖਿਆ ਇਹ ਫੇਰ ਹੈਗਾ, ਇਹ ਫੇਰ ਆਇਆ ਵੀਰ ਜੀ, ਇਹ ਕਿੱਥੋਂ ਆ ਗਿਆ ਜੀ? ਵੀਰ ਜੀ ਮੈਂ ਕਿਹਾ ਮਿਹਰਬਾਨੀ ਕਰਕੇ ਇਸ ਸਬਜੈਕਟ ਥੋੜਾ ਚੇਂਜ ਕਰ ਲਓ ਹੁਣ ਪਲੀਜ਼, ਬਹੁਤ ਹੋ ਗਿਆ। I was going to say the same thing. Thank you. ਮੈਂ ਤੇ ਚੇਂਜ ਕੀਤੇ ਤੇ ਬੰਦ ਕਰਨਾ ਸੀ ਹੁਣ। ਮੇਰੇ ਖਿਆਲ ਹੁਣ ਬੰਦ ਕਰਨਾ ਚਾਹੀਦਾ ਹੈ, because ultimately we only can do what we can do now. It really does not matter what happens. I have to believe that this is my life, this is what I can change, this is how I can improve myself, this is my only chance to do what I have to do. I think it is not even that important to think of what happens afterwards. To me, it is not, because this is what Guruji is saying, this is what I have to do in this life. Thank you. So I think rather than discussing it and aggravating this thing and making some people feel uncomfortable. No, I don't buy that, because if someone is uncomfortable and he or she raises a question, so we have to answer that to our ability. I understand. It may be satisfactorily or not, it doesn't matter. As a facilitator, either I would say, nahi mainu nahi pata, we will get back to it. No, I understand your position. So sorry about the lingering it on or pulling it furthermore, exaggerating. Let us close this. Amar Tej ji ne bhi kuch kehna si, I think. नहीं, मैं तो कुछ नहीं कहना, मैं ही कहना कि that चीज है never will be solved like this. And अब समझना पड़ेगा, जो सारे कह रहे हैं कि अगली लाइन assimilate करना पड़ेगा, you know. वीना जी, हाँ जी, close करिए। इसके हाँ जी प्लीज। नहीं, मैं सिर्फ ये कहना सी, I was thinking कि भाई तुझ क्या ना भी translation नहीं, I mean that is the guideline. I mean we have to, otherwise सानू मतलब नहीं समझ, उधे बाद then you go deeper into it once you understand the basic and use your imagination or your judgment as per your journey. Yep. Yeah. So but explanation or translation is must for a beginner like us, like me. Of course I find कि English ਜਿਹੜਾ ਹੈਗਾ ਉਹ ਕੁਛ ਨਹੀਂ ਮਜ਼ਾ ਆਉਂਦਾ, ਉਹ ਨਹੀਂ ਸਮਝ ਪੈਂਦੀ, ਪਰ ਪੰਜਾਬੀ ਜਿਹੜੇ ਗੁਰਮੁਖੀ ਚ ਦਿੱਤਾ ਹੁੰਦਾ ਹੈਗਾ, ਜਿਹੜਾ ਸਾਹਿਬ ਸਿੰਘ ਦਾ ਹੈ, that makes more sense to me.
and then you go deeper into it and analyze. Like you said, you figure out yourself कि भी और की मतलब निकल सकता. Yeah, read the lines between the lines and behind the lines. चलो रवदीप जी समाप्ति करिए. ਹਾਂਜੀ ਵਾਹਿਗੁਰੂ ਬਸੰਤ ਮਹਿਲਾ ਨੌਵਾਂ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਤਾਵਤ ਤੇ ਛੂਟ ਮਨ ਮੇਰੋ ਤਾਵਨ ਤੇ ਛੂਟਿਓ ਕਰ ਬੈਠੋ ਬਿਸਰਾਮ ਮਾਇਆ ਮਮਤਾ ਤਨ ਤੇ ਪਾਗੀ ਉਪਜਿਓ ਨਿਰਮਲ ਗਿਆਨ ਲੋਪ ਮੋਹ ਇਹ ਪਰਸ ਨ ਸਾਕੈ ਗਹੀ ਭਗਤ ਭਗਵਾਨ जन्म जन्म का संसार चूका रतन नाम जब पाया तृष्णा सकल विनाशी मन ते निज सुख माहे समाया जाको होत दयाल कृपा निध सो गोविंद गुण गावे कहो नानक ए बिद की संपै को गुरमुख पावै जाको होत दयाल कृपा निध सो गोविंद गुण गावै कहो नानक एह बिद की संपै को गुरमुख पावै वाहिगुरु एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद वाहिगुरु 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 जी का खालसा वाहिगुरु जी की फतेह. भुल चुक